ਹੈਲੋ ਐਵਰੀਵਨ। ਤਾਂ ਕਿਵੇਂ ਹੋ ਤੁਸੀਂ ਸਾਰੇ। ਅਤੇ ਅੱਜ ਦੀ ਰਾਈਟਿੰਗ ਦੀ ਕਲਾਸ ਦੇ ਵਿੱਚ ਜਿਹੜਾ ਕਿ ਆਪਾਂ ਟਾਸਕ 1 ਡਿਸਕਸ ਕਰਾਂਗੇ। ਟਾਸਕ 1 ਦੇ ਵਿੱਚ ਪਾਈ ਚਾਰਟ ਆ, ਜਿਹੜਾ ਕਿ ਪਾਈ ਚਾਰਟ ਆਪਾਂ ਤੁਹਾਨੂੰ ਕੁਝ ਦਿਨ ਪਹਿਲਾਂ ਸ਼ੇਅਰ ਕੀਤਾ ਸੀ। ਜਿਵੇਂ ਕਿ ਮੈਂ ਤੁਹਾਨੂੰ ਕਿਹਾ ਸੀ ਨਾ ਵੀ ਜਿਹੜਾ ਟਾਸਕ ਤੁਹਾਨੂੰ ਸ਼ੇਅਰ ਕੀਤਾ ਜਾਇਆ ਕਰੂਗਾ ਵੀ ਮੈਂ ਉਹਦੀ ਜਿਹੜੀ ਕਿ ਮਤਲਬ ਕਹਿ ਸਕਦੇ ਹਾਂ ਨਾ ਵੀ ਉਹੀ ਮੈਂ ਤੁਹਾਨੂੰ ਲਿਖ ਕੇ ਦਿਖਾਇਆ ਕਰੂੰਗਾ ਅਤੇ ਤੁਹਾਨੂੰ ਇਹਦੇ ਨਾਲ ਵਧੀਆ ਅੰਡਰਸਟੈਂਡਿੰਗ ਹੋਇਆ ਕਰੂਗੀ ਵੀ ਤੁਸੀਂ ਕਿੱਦਾਂ ਲਿਖ ਰਹੇ ਸੀ ਅਤੇ ਮੇਰੇ ਲਿਖਣ ਦਾ ਤਰੀਕਾ ਕੀ ਆ, ਅਤੇ ਇਸ ਨਾਲ ਜਿਹੜੀ ਅੰਡਰਸਟੈਂਡਿੰਗ ਆ ਉਹ ਤੁਹਾਡੀ ਬਹੁਤ ਵਧੀਆ ਹੋਊਗੀ ਅਤੇ ਜਿਹੜੀ ਕਿ ਇੰਪਰੂਵਮੈਂਟ ਆ ਤੁਹਾਡੀ ਰਾਈਟਿੰਗ ਦੇ ਵਿੱਚ ਉਹ ਤੁਹਾਨੂੰ ਕਾਫੀ ਦੇਖਣ ਨੂੰ ਮਿਲ ਸਕਦੀ ਆ। ਅਤੇ ਇਸ ਤੋਂ ਇਲਾਵਾ ਟਾਸਕ 1 ਦੇ ਵਿੱਚ ਪਾਈ ਚਾਰਟ ਆ, ਅਤੇ ਟਾਸਕ 2 ਦੀ ਜੇ ਗੱਲ ਕਰੀਏ, ਟਾਸਕ 2 ਆਪਣਾ ਹੈਗਾ ਆਪਣੇ ਕੋਲ ਅੱਜ ਉਹ ਹੈਗਾ ਐਗਰੀ ਐਂਡ ਡਿਸਐਗਰੀ ਦਾ ਟਾਸਕ 2, ਜਿਹੜਾ ਕਿ ਟੂ ਵਟ ਐਕਸਟੈਂਡ ਯੂ ਐਗਰੀ ਔਰ ਡਿਸਐਗਰੀ, ਇਹ ਟਾਸਕ 2 ਹੈ। ਅਤੇ ਉਸ ਤੋਂ ਇਲਾਵਾ ਕੁਝ ਟਾਸਕ 1 ਦੇ ਜਿਹੜੇ ਇੰਪੋਰਟੈਂਟ ਕੁਝ ਹੋਰ ਚੀਜ਼ਾਂ ਨੇ ਉਹ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਵਾਲੇ ਹਾਂ ਵੀਡੀਓ ਦੇ ਲਾਸਟ ਦੇ ਵਿੱਚ। ਤਾਂ ਇਹ ਚੀਜ਼ਾਂ ਵੀ ਕਾਫੀ ਇੰਪੋਰਟੈਂਟ ਰਹਿਣਗੀਆਂ। ਤਾਂ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਇੱਕੋ ਚੀਜ਼ ਕਹਿਣੀ ਚਾਹੁੰਦਾ ਵੀ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਵੀ ਹੁਣ ਆਪਾਂ ਜਿਹੜੇ ਕਿ ਰਿਕਾਰਡਡ ਲੈਕਚਰਸ ਦੇ ਨਾਲ ਹੀ ਜਿਹੜੇ ਕਿ ਕਲਾਸਿਸ ਪ੍ਰੋਵਾਈਡ ਕਰਾਇਆ ਕਰਾਂਗੇ, ਪਰ ਕੋਸ਼ਿਸ਼ ਪੂਰੀ ਰਹੂਗੀ ਵੀ ਔਨਲਾਈਨ ਕਲਾਸਿਸ ਤੋਂ ਵੀ ਵਧੀਆ ਤਰੀਕੇ ਨਾਲ ਜਿਹੜਾ ਕਿ ਕੰਟੈਂਟ ਤੁਹਾਡੇ ਤੱਕ ਡਿਲੀਵਰ ਕੀਤਾ ਜਾ ਸਕੇ। ਤਾਂ ਸਭ ਤੋਂ ਪਹਿਲਾਂ ਟਾਸਕ 1 ਦੇ ਵੱਲ ਨਜ਼ਰ ਮਾਰਦੇ ਹਾਂ। ਟਾਸਕ 1 ਕੀ ਆ, ਕਹਿੰਦਾ ਵੇਰੀਅਸ ਕੈਰੀਅਰ ਐਂਡ ਅਕੈਡਮਿਕ ਚੁਆਇਸਿਸ ਟੇਕਨ ਬਾਏ ਹਾਈ ਸਕੂਲ ਗ੍ਰੈਜੂਏਟਸ ਇਨ ਲੇਕ ਸਾਈਡ ਕੰਟਰੀ ਇਨ 2010-2020। ਸਭ ਤੋਂ ਪਹਿਲਾਂ ਤਾਂ ਗੱਲ ਇਹ ਆ ਵੀ ਇੱਥੇ ਜਿਹੜੇ ਕਿ 2 ਈਅਰਸ ਮੈਂਸ਼ਨ ਕੀਤੇ ਗਏ ਨੇ। 2 ਈਅਰ ਕਿਹੜੇ ਨੇ? ਇੱਕ ਤਾਂ 2010 ਆ ਅਤੇ ਦੂਸਰਾ ਈਅਰ ਦਾ ਕੀ ਨੇਮ ਆ? ਦੂਸਰਾ ਈਅਰ ਆਪਣਾ 2020 ਆ, ਹੈ ਨਾ। ਜਾਣੀ ਕਿ ਇਹ ਇੱਦਾਂ ਨਹੀਂ ਹੈਗਾ ਵੀ ਟਾਸਕ 1 ਦੇ ਵਿੱਚ ਕੁਝ ਤਾਂ ਹੁੰਦੇ ਆ ਵੀ ਫਰੋਮ 2010 to 2020, ਹੈ ਨਾ। ਇਹ ਉਹ ਚੀਜ਼ ਨਹੀਂ ਹੈਗੀ ਕਿਉਂਕਿ ਇੱਥੇ 2 ਅਲੱਗ-ਅਲੱਗ ਈਅਰ ਨੇ। ਫਰੋਮ 2010 to 2020 ਵਾਲਾ ਚੀਜ਼ ਕੀ ਹੁੰਦੀ ਆ? ਉਹ ਉਦੋਂ ਹੁੰਦੀ ਆ ਵੀ ਜਦੋਂ ਬਾਰ ਗ੍ਰਾਫ ਦੇ ਵਿੱਚ ਉਹਦੇ ਵਿਚਲੇ ਈਅਰ ਵੀ ਮੈਂਸ਼ਨ ਕੀਤੇ ਹੋਣ, 2001 2003 2005, ਮਤਲਬ ਕਿ ਥੋੜ੍ਹੇ ਡਿਫਰੈਂਸ ਨਾਲ ਉਹ ਈਅਰ ਮੈਂਸ਼ਨ ਕੀਤੇ ਜਾਣ, ਹੈ ਨਾ। ਉਹਨੂੰ ਆਪਾਂ ਕਹਿ ਸਕਦੇ ਹਾਂ ਫਰੋਮ ਟੂ। ਪਰ ਇਹ ਜਿਹੜੇ ਹੈਗੇ ਨੇ ਇਹ 2 ਡਿਫਰੈਂਟ ਈਅਰ ਨੇ। ਇੱਥੇ ਜਿਹੜਾ ਵਿਚਲਾ ਡਾਟਾ ਮਤਲਬ ਕਿ 2002 2003 2004 2006 7 8 ਇਹ ਡਾਟਾ ਮੈਂਸ਼ਨ ਨਹੀਂ ਹੈਗਾ। ਅਤੇ ਇਸ ਤਰੀਕੇ ਨੂੰ ਇਹਨੂੰ ਆਪਾਂ ਫਰੋਮ 2010 to 2020 ਨਹੀਂ ਲਿਖ ਸਕਦੇ, ਹੈ ਨਾ। ਇਹ ਤਾਂ ਆਪਣੀ ਕਲੀਅਰਟੀ ਆਪਾਂ ਨੂੰ ਆਈ ਗਈ ਵੀ ਇਹ ਜਿਹੜੇ 2 ਵੱਖਰੇ ਈਅਰ ਨੇ, ਹੈ ਨਾ। ਇੱਕ 2010 ਹੈਗਾ, ਇੱਕ 2020 ਆ। ਇੱਦਾਂ ਜ਼ਰੂਰ ਲਿਖ ਸਕਦੇ ਆ ਵੀ ਹਾਂ ਆਫਟਰ 1 ਡਿਕੇਡ, ਵੀ 10 ਸਾਲ ਤੋਂ ਬਾਅਦ, ਹੈ ਨਾ। ਅਤੇ ਉਸ ਤੋਂ ਬਾਅਦ ਜੇ ਗੱਲ ਕਰੀਏ ਵੀ ਟਾਸਕ 1 ਹੈਗਾ ਕੀ ਆ, ਟਾਸਕ 1 ਇਹ ਆ ਵੀ ਜਿਹੜਾ ਕਿ ਬੱਚੇ ਨੇ ਹਾਈ ਸਕੂਲ ਗ੍ਰੈਜੂਏਟ ਕਿਹਾ ਵੀ ਜਿਹੜੇ ਬੱਚੇ ਹਾਈ ਸਕੂਲ ਪਾਸ ਕਰ ਜਾਂਦੇ ਆ ਉਹਨਾਂ ਨੂੰ ਇਹਨਾਂ ਨੇ ਗ੍ਰੈਜੂਏਟਸ ਦਾ ਨਾਮ ਦਿੱਤਾ, ਹੈ ਨਾ। ਇੱਕ ਲੇਕ ਸਾਈਡ ਕੰਟਰੀ ਆ, ਉੱਥੋਂ ਦੇ ਬੱਚੇ ਨੇ ਅਤੇ ਉਹਨਾਂ ਨੇ ਆਪਦਾ ਜਿਹੜਾ ਕਿ ਗ੍ਰੈਜੂਏਸ਼ਨ ਹਾਈ ਸਕੂਲ ਕੰਪਲੀਟ ਕਰਨ ਤੋਂ ਬਾਅਦ ਉਹਨਾਂ ਨੇ ਕੀ ਕੀਤਾ, ਹੈ ਨਾ। ਤਾਂ ਸਭ ਤੋਂ ਪਹਿਲਾਂ ਇੱਥੇ 5 ਚੀਜ਼ਾਂ ਲਿਖੀਆਂ ਹੋਈਆਂ ਨੇ ਵੀ ਉਹਨਾਂ ਨੇ ਕੀ ਕੀਤਾ। ਸਭ ਤੋਂ ਪਹਿਲਾਂ ਵੀ ਕੁਝ ਸਟੂਡੈਂਟ ਇੱਦਾਂ ਦੇ ਵੀ ਸੀ ਜਿਨ੍ਹਾਂ ਨੂੰ ਨੋ ਆਈਡੀਆ ਸੀ, ਮਤਲਬ ਕਿ ਉਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਕਰਨਾ ਕੀ ਆ, ਹੈ ਨਾ। ਅਤੇ ਉਸ ਤੋਂ ਬਾਅਦ ਕੁਝ ਕੁ ਇੱਦਾਂ ਦੇ ਸੀ ਜਿਹੜੇ ਕਿ ਵਰਕਿੰਗ ਕਰਨ ਲੱਗ ਗਏ, ਹੈ ਨਾ। ਅਤੇ ਕੁਝ ਕੁ ਇੱਦਾਂ ਦੇ ਸੀ ਜਿਨ੍ਹਾਂ ਕਿ ਇਹਨਾਂ ਨੇ ਆਪਣਾ ਬਿਜ਼ਨਸ ਸਟਾਰਟ ਕਰ ਲਿਆ। ਅਤੇ ਜਿਹੜੀ ਚੌਥੀ ਆਪਸ਼ਨ ਆ ਉਹਨਾਂ ਵਿੱਚ ਕੀ ਸੀ? ਉਹ ਬੰਦੇ ਵੀ ਵਰਕ ਕਰ ਰਹੇ ਸੀ, ਪਰ ਉਹ ਵਰਕ ਕਾਹਦੇ ਵਿੱਚ ਕਰ ਰਹੇ ਸੀ? ਉਹ ਐਜ ਏ ਫਰੀਲਾਂਸਰ ਜਾਂ ਫਿਰ ਇਨਫੋਰਮਲ ਸੈਕਟਰ, ਉਹ ਇਨਫੋਰਮਲ ਸੈਕਟਰ ਦੇ ਵਿੱਚ ਉਹ ਕੰਮ ਕਰ ਰਹੇ ਸੀ। ਅਤੇ ਜਿਹੜਾ ਕਿ ਬਲੈਂਕ ਆ ਜਿਹੜਾ ਲਾਸਟ ਦੇ ਉੱਤੇ ਆ ਉਹ ਮਤਲਬ ਕਿ ਪ੍ਰਪੋਰਸ਼ਨ ਉਹ ਪਰਸੈਂਟੇਜ ਸ਼ੋ ਕਰੂਗਾ ਜਿਹੜੇ ਬੱਚਿਆਂ ਨੇ ਕਾਲਜ ਚੂਜ਼ ਕਰਿਆ, ਹੈ ਨਾ। ਤਾਂ ਇਹ 5 ਚੀਜ਼ਾਂ ਨੇ ਜਿਹੜੇ ਕਿ ਬੱਚੇ ਹਾਈ ਸਕੂਲ ਦੇ ਗ੍ਰੈਜੂਏਟ ਆਪਦੇ ਜਿਹੜੇ ਕਿ ਹਾਈ ਸਕੂਲ ਕੰਪਲੀਟ ਕਰਨ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਉਹ ਇਸ ਤਰੀਕੇ ਦੇ ਨਾਲ ਆਪਾਂ ਨੂੰ ਦੱਸਿਆ ਗਿਆ। ਤਾਂ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਵੀ ਆਪਣੇ ਕੋਲ 2 ਪਾਈ ਚਾਰਟ ਨੇ, ਹੈ ਨਾ। 2 ਪਾਈ ਚਾਰਟ ਦੇ ਵਿੱਚ ਆਪਾਂ ਨੂੰ ਡਾਟਾ ਮੈਂਸ਼ਨ ਕੀਤਾ ਗਿਆ। ਤਾਂ ਸਭ ਤੋਂ ਪਹਿਲਾਂ ਆਪਾਂ ਨਜ਼ਰ ਮਾਰੀਏ ਵੀ ਕਿੱਦਾਂ ਗਾ। ਤੁਸੀਂ ਦੇਖ ਸਕਦੇ ਹੋ ਜਿਹੜਾ ਕਿ 55% 2010 ਦੇ ਵਿੱਚ ਉਹ ਬੱਚੇ ਸੀ ਜਿਹੜੇ ਕਿ ਕਾਲਜ ਚੂਜ਼ ਕੀਤਾ ਜਿਨ੍ਹਾਂ ਨੇ। ਅਤੇ ਨਾਲ ਦੀ ਨਾਲ ਇਹ ਜਿਹੜੀ ਪਰਸੈਂਟੇਜ ਆ ਉਹ ਕਿੰਨੀ ਹੋ ਗਈ? ਉਸ ਤੋਂ ਬਾਅਦ ਹੋ ਗਈ 2020 ਦੇ ਵਿੱਚ 38% ਹੋ ਗਈ। 11% ਕਿਹੜੇ ਨੇ? 11% ਉਹ ਨੇ ਜਿਨ੍ਹਾਂ ਨੇ ਵਰਕਿੰਗ ਕਰ ਰਹੇ ਸੀ ਉਹ ਇਨਫੋਰਮਲ ਸੈਕਟਰ ਦੇ ਵਿੱਚ, ਇਹ 11 ਤੋਂ 13 ਹੋ ਗਏ। ਅਤੇ ਜਿਨ੍ਹਾਂ ਨੂੰ ਕੋਈ ਆਈਡੀਆ ਨਹੀਂ ਸੀ ਉਹ 5% ਸੀ, ਉਹ ਵੱਧ ਕੇ 15 ਹੋ ਗਏ। ਅਤੇ ਜਿਹੜੇ ਹੈਗੇ ਸੀ ਵਰਕਿੰਗ ਕਰ ਰਹੇ ਸੀ ਉਹ 24 ਸੀ, ਉਹ ਘੱਟ ਕੇ 10 ਰਹਿ ਗਏ। ਅਤੇ 5% ਉਹ ਬੱਚੇ ਸੀ ਜਿਨ੍ਹਾਂ ਨੇ ਆਪਦਾ ਬਿਜ਼ਨਸ ਸਟਾਰਟ ਕੀਤਾ ਸੀ 2010 ਦੇ ਵਿੱਚ, ਅਤੇ 10 ਸਾਲਾਂ ਦੇ ਬਾਅਦ ਇਹਨਾਂ ਦੀ ਜਿਹੜੀ ਕਿ ਪਰਸੈਂਟੇਜ ਆ ਉਹ ਕਿੰਨੀ ਹੋ ਗਈ? 24% ਹੋ ਗਈ, ਹੈ ਨਾ। ਤਾਂ ਜਿਵੇਂ ਕਿ ਆਪਾਂ ਕਹਿੰਦੇ ਹੁੰਦੇ ਹਾਂ ਵੀ ਆਪਾਂ ਜਿਹੜੀ ਇੰਟਰੋਡਕਸ਼ਨ ਆ ਉਹ ਕੰਪੈਰੀਜ਼ਨ ਵਾਲੀ ਬਣਾਵਾਂਗੇ। ਤਾਂ ਕੰਪੈਰੀਜ਼ਨ ਵਾਲੀ ਜੇ ਇੰਟਰੋਡਕਸ਼ਨ ਬਣਾ ਰਹੇ ਹਾਂ ਤਾਂ ਬਹੁਤ ਵਧੀਆ ਹੋਊਗਾ ਵੀ ਆਪਾਂ ਇਹਦਾ ਕੰਪੈਰੀਜ਼ਨ ਇਹਦੇ ਨਾਲ ਹੀ ਕਰੀਏ। ਕੁਝ ਬੱਚੇ ਪਤਾ ਕੀ ਕਰਦੇ ਆ, ਉਹ ਮਤਲਬ ਕਿ ਪਹਿਲੇ ਬੀਬੀ ਵਿੱਚ ਆਹ ਵਾਲੇ ਪਾਈ ਚਾਰਟ ਨੂੰ ਐਕਸਪਲੇਨ ਕਰ ਦੇਣਗੇ, ਦੂਜੇ ਬੀਬੀ ਵਿੱਚ ਆਹ ਵਾਲੇ ਪਾਈ ਚਾਰਟ ਨੂੰ ਐਕਸਪਲੇਨ ਕਰ ਦੇਣਗੇ। ਪਰ ਵਧੀਆ ਚੀਜ਼ ਤਾਂ ਇਹ ਹੁੰਦੀ ਆ ਵੀ ਆਪਾਂ ਨੂੰ ਟਾਸਕ 1 ਦੇ ਵਿੱਚ ਕੰਪੈਰੀਜ਼ਨ ਹੀ ਕਰਨਾ ਚਾਹੀਦਾ। ਜਾਣੀ ਕਿ 2 ਕੁ ਡਾਟੇ ਆਪਾਂ ਇਹਦੇ ਵਿੱਚ ਮੈਂਸ਼ਨ ਕਰ ਦਾਂਗੇ ਨਾ ਪਹਿਲੇ ਬੀਬੀ ਵਿੱਚ, ਜਿਹੜੇ ਪਿਛਲੇ ਹੈਗੇ 2-3 ਕੁ ਉਹ ਅਗਲੇ ਬੀਬੀ ਵਿੱਚ ਐਕਸਪਲੇਨ ਕਰ ਦਾਂਗੇ। ਦਿਸ ਇਜ਼ ਦਾ ਕਰੈਕਟ ਵੇ। ਇਹਦੇ ਨਾਲ ਤੁਹਾਡਾ ਬੈਂਡ ਸਕੋਰ ਵਧੀਆ ਆਊਗਾ ਅਤੇ ਐਗਜ਼ਾਮੀਨਰ ਨੂੰ ਪਤਾ ਲੱਗੂ ਵੀ ਹਾਂ ਬੱਚੇ ਨੂੰ ਕੰਪੈਰੀਜ਼ਨ ਵੀ ਕਰਨਾ ਆਉਂਦਾ, ਹੈ ਨਾ। ਕਿਉਂਕਿ ਟਾਸਕ 1 ਦੇ ਵਿੱਚ ਕੰਪੈਰੀਜ਼ਨ ਹੀ ਸਭ ਤੋਂ ਜਿਹੜਾ ਕਿ ਵਧੀਆ ਅਤੇ ਸਿਊਟੇਬਲ ਮੰਨਿਆ ਜਾਂਦਾ। ਹੁਣ ਇਹਦੀ ਇੰਟਰੋ ਕਿੱਦਾਂ ਬਣੂਗੀ? ਇੰਟਰੋ ਦੀ ਤੁਸੀਂ ਉੱਤੇ ਲਿਖੀ ਹੋਈ ਆ, ਬਸ ਇਹਦੇ ਵਿੱਚ ਥੋੜ੍ਹੇ ਮੋਟੇ ਚੇਂਜਸ ਹੀ ਕਰਨੇ ਆਗੇ। ਉਸ ਤੋਂ ਬਾਅਦ ਤੁਹਾਡੀ ਇੰਟਰੋ ਬਣ ਜੂਗੀ। ਅਤੇ ਮੈਂ ਦੇਖੋ ਵੀ ਇੰਟਰੋ ਕਿੱਦਾਂ ਲਿਖੀ ਆ। ਕਹਿੰਦਾ ਵੀ ਦੀ ਕੰਪੈਰੀਜ਼ਨ ਬਿਟਵੀਨ ਦਾ, ਕੰਪੈਰੀਜ਼ਨ ਕਾਹਦੇ ਵਿੱਚ ਹੋਇਆ? ਵੇਰੀਅਸ ਚੋਇਸਿਸ, ਜਿਹੜੀਆਂ ਬੱਚਿਆਂ ਦੀਆਂ ਚੋਇਸਿਸ ਨੇ ਉਹਨਾਂ ਦੇ ਵਿੱਚ ਕੰਪੈਰੀਜ਼ਨ ਹੋਇਆ ਕਾਹਦੇ ਰਿਲੇਟਡ ਨੇ? ਰਿਲੇਟਡ ਟੂ ਕਰੀਅਰ ਐਂਡ ਅਕੈਡਮਿਕ, ਕਰੀਅਰ ਦੇ ਰਿਲੇਟਡ ਨੇ ਅਤੇ
ਅਕੈਡਮਿਕ ਦੇ ਰਿਲੇਟਡ ਨੇ। ਚੂਜ਼ਡ ਬਾਈ ਹਾਈ ਸਕੂਲ ਗ੍ਰੈਜੂਏਟ, ਕਿਹਨਾਂ ਨੇ ਇਹ ਚੂਜ਼ ਮਤਲਬ ਕਿ ਚੂਜ਼ ਕਿਹਨੇ ਕੀਤਾ, ਹਾਈ ਸਕੂਲ ਦੇ ਜਿਹੜੇ ਗ੍ਰੈਜੂਏਟ ਸੀ ਉਹਨਾਂ ਨੇ ਇਹ ਚੀਜ਼ ਚੂਜ਼ ਕੀਤੀ ਆ। ਕਿੱਥੇ ਕੀਤੀ ਆ, ਇਨ ਲੇਕ ਸਾਈਡ ਕੰਟਰੀ ਆ, ਇਨ 2 ਡਿਸਟਿੰਕਟ ਈਅਰਸ। ਮੈਂ ਕਿਹਾ ਵੀ ਜਿਹੜੇ ਕਿ ਡਿਫਰੈਂਟ ਈਅਰਸ ਦੇ ਵਿੱਚ ਇਹ ਚੀਜ਼ ਕੀਤੀ ਆ। ਅਤੇ ਅੱਗੇ ਇੱਥੇ ਲਿਖਿਆ ਹੋਇਆ ਨੇਮਲੀ, ਤਾਂ ਈਅਰਸ ਦਾ ਨੇਮ ਮੈਂ ਇੱਥੇ ਮੈਂਸ਼ਨ ਕਰ ਦੂੰਗਾ, ਇੱਥੇ ਵਾਈ ਆਉਣੀ ਸੀ। ਨੇਮਲੀ 2010 ਐਂਡ 2020, 2 ਸਾਲ ਹੋ ਗਏ 2010 ਅਤੇ 2020 ਹੈ ਨਾ। ਇਜ਼ ਇਲੂਸਟ੍ਰੇਟਡ ਬਾਏ ਪਾਈ ਚਾਰਟਸ, ਮਤਲਬ ਕਿ ਇਹ ਇਨਫੋਰਮੇਸ਼ਨ ਕਿਹਨਾਂ ਦੇ ਕੰਪੈਰੀਜ਼ਨ ਇਹ ਜਿਹੜਾ ਹੈਗਾ ਕਿਹਨਾਂ ਵੱਲੋਂ ਸ਼ੋਅ ਕੀਤਾ ਜਾ ਰਿਹਾ, ਉਹ ਸ਼ੋਅ ਕੀਤਾ ਜਾ ਰਿਹਾ ਪਾਈ ਚਾਰਟਸ ਦੇ ਵੱਲੋਂ। ਓਕੇ, ਅਤੇ ਅੱਗੇ ਮੈਂ ਲਿਖਿਆ ਦੀ ਡਾਟਾ ਹੈਜ਼ ਬੀਨ ਕੈਲੀਬਰੇਟਡ ਇਨ ਪਰਸੈਂਟੇਜ। ਇਹ ਚੀਜ਼ ਵੀ ਕਾਫੀ ਇੰਪੋਰਟੈਂਟ ਹੈ, ਤੁਹਾਨੂੰ ਇਹ ਚੀਜ਼ ਦੱਸਣੀ ਜ਼ਰੂਰ ਪਊਗੀ ਵੀ ਜਿਹੜਾ ਤੁਹਾਡਾ ਡਾਟਾ ਗਾ ਉਹ ਕਾਹਦੇ ਵਿੱਚ ਕੈਲੀਬਰੇਟ ਹੋਇਆ। ਅਤੇ ਜੇ ਆਪਾਂ ਅੱਜ ਦੀ ਇਸ ਕਲਾਸ ਦੀ ਗੱਲ ਕਰੀਏ ਤਾਂ ਅੱਜ ਆਪਣੇ ਪਾਈ ਚਾਰਟ ਦੇ ਵਿੱਚ ਜਿਹੜਾ ਕਿ ਡਾਟਾ ਉਹ ਕਾਹਦੇ ਵਿੱਚ ਕੈਲੀਬਰੇਟ ਆ, ਡਾਟਾ ਆਪਣਾ ਦਰਸਾਇਆ ਗਿਆ ਜੀ ਪਰਸੈਂਟੇਜ ਦੇ ਵਿੱਚ। ਪਰਸੈਂਟੇਜ ਦੇ ਸਪੈਲਿੰਗ ਤੁਸੀਂ ਜ਼ਰੂਰ ਧਿਆਨ ਦੇ ਵਿੱਚ ਰੱਖਣੇ ਆ। ਪਰਸੈਂਟੇਜ ਦੇ ਵਿੱਚ ਤੁਸੀਂ PERSEN ਨਹੀਂ ਪੈਂਦਾ ਹੁੰਦਾ, CEN ਨਹੀਂ ਪੈਂਦਾ ਹੁੰਦਾ, ਠੀਕ ਹੈ। ਤਾਂ ਇਹ ਚੀਜ਼ ਜ਼ਰੂਰ ਧਿਆਨ ਦੇ ਵਿੱਚ ਰੱਖਿਓ। ਤਾਂ ਇਸ ਤਰੀਕੇ ਨਾਲ ਆਪਣੀ ਇੰਟਰੋ ਕੰਪਲੀਟ ਹੋ ਜਾਵੇਗੀ। ਓਵਰਆਲ ਦੇ ਵਿੱਚ ਜੇ ਆਪਾਂ ਨਜ਼ਰ ਮਾਰੀਏ ਓਵਰਆਲ ਕੀ ਆ ਸਕਦਾ, ਤੁਸੀਂ ਦੇਖ ਸਕਦੇ ਹੋ ਵੀ 2010 ਦੇ ਵਿੱਚ ਕਾਫੀ ਹਿੱਸਾ ਖਾਲੀ ਪਿਆ, ਯਾਨੀ ਕਿ ਖਾਲੀ ਹਿੱਸਾ ਕਿਹਨਾਂ ਦਾ, ਜਿਨ੍ਹਾਂ ਨੇ ਕਾਲਜ ਨੂੰ ਚੂਜ਼ ਕੀਤਾ। ਅਤੇ 2020 ਦੇ ਵਿੱਚ ਵੀ ਆਹੀ ਬੱਚੇ ਵੱਧ ਨੇ, 38% ਨੇ ਜਿਨ੍ਹਾਂ ਕਿ ਕਾਲਜ ਨੂੰ ਚੂਜ਼ ਕੀਤਾ। ਤਾਂ ਆਪਣਾ ਇੱਕ ਤਾਂ ਜਿਹੜਾ ਕਿ ਆ ਜਾਊਗਾ ਇਹ ਵਾਲਾ ਡਾਟਾ ਵੀ ਮੈਜੋਰਟੀ ਆਫ ਦਾ ਸਟੂਡੈਂਟਸ ਕੀ ਚੂਜ਼ ਕੀਤਾ ਉਹਨਾਂ ਨੇ, ਕਾਲਜ ਹੈ ਨਾ, ਇੱਕ ਤਾਂ ਆਹ ਚੀਜ਼ ਆ ਜਾਊਗੀ। ਅਤੇ ਇੱਕ ਹੋਰ ਚੀਜ਼ ਆਪਾਂ ਜੇ ਮੈਂਸ਼ਨ ਕਰਨੀ ਹੋਵੇ ਤਾਂ ਤੁਸੀਂ ਦੇਖ ਸਕਦੇ ਹੋ ਵੀ ਕੋਈ ਵੀ ਅਜਿਹੀ ਚੀਜ਼ ਨਹੀਂ ਹੈਗੀ ਜਿਹੜੀ ਦੋਨਾਂ ਦੇ ਵਿੱਚ ਘੱਟ ਹੋਵੇ, ਯਾਨੀ ਕਿ ਜੇ 5% ਇੱਧਰ ਸੀ ਜਿਨ੍ਹਾਂ ਨੂੰ ਕੋਈ ਆਈਡੀਆ ਨਹੀਂ ਸੀ ਉਹ ਇੱਧਰ ਜਾ ਕੇ ਵੱਧ ਗਈ ਹੈ ਨਾ। ਅਤੇ ਇੱਧਰ ਮੰਨ ਲਓ ਵੀ ਮੈਂ ਤੁਹਾਨੂੰ ਇੱਦਾਂ ਸਮਝਾਉਣਾ ਚਾਹੁੰਦਾ ਵੀ ਇੱਧਰ 5% ਸਾਰਿਆਂ ਨੂੰ ਘੱਟ ਕਿਹੜੇ ਸੀ, ਜਿਨ੍ਹਾਂ ਨੂੰ ਕੋਈ ਆਈਡੀਆ ਨਹੀਂ ਸੀ। ਇੱਧਰ ਸਾਰਿਆਂ ਨੂੰ ਘੱਟ ਕਿਹੜੇ ਸੀ, ਜਿਨ੍ਹਾਂ ਨੇ ਵਰਕਿੰਗ ਸਟਾਰਟ ਕੀਤੀ ਹੈ ਨਾ। ਅਤੇ ਉਸ ਤੋਂ ਬਾਅਦ ਮਤਲਬ ਕਿ ਹੋਰ ਕੋਈ ਵੀ ਚੀਜ਼ ਨਹੀਂ ਬਣ ਰਹੀ। ਤਾਂ ਇੱਥੇ ਆਪਾਂ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਉਹੀ ਚੀਜ਼ ਕਰਾਂਗੇ, ਆਪਾਂ ਇੱਥੇ ਐਂ ਲਿਖ ਦਾਂਗੇ ਵੀ ਜਿਹੜੇ 5% ਸੀ ਉਹ 2010 ਦੇ ਵਿੱਚ ਜਿਨ੍ਹਾਂ ਕੋਲ ਕੋਈ ਆਈਡੀਆ ਨਹੀਂ ਸੀ ਉਹ ਸੀ ਹੈ ਨਾ। ਤਾਂ ਮੈਂ ਤੁਹਾਨੂੰ ਜਿਹੜਾ ਕਿ ਓਵਰਆਲ ਆ ਉਹ ਲਿਖਾਉਣਾ ਗਾ ਵੀ ਕਿੱਦਾਂ ਲਿਖਿਆ ਹੋਇਆ। ਓਵਰਆਲ ਕਹਿੰਦਾ ਓਵਰਆਲ ਇਟ ਇਜ਼ ਵਰਥ ਨੋਟਿਸਿੰਗ ਦੈਟ, ਕਹਿੰਦਾ ਇਹ ਵਰਥ ਨੋਟਿਸਿੰਗ ਹੈਗਾ ਇਹ ਦੇਖਣਾ। ਕਹਿੰਦਾ ਮੋਸਟ ਆਫ ਦਾ ਸਟੂਡੈਂਟਸ ਵੈਂਟ ਟੂ ਕਾਲਜ, ਕਹਿੰਦਾ ਜਿਹੜਾ ਜ਼ਿਆਦਾਤਰ ਸਟੂਡੈਂਟ ਸੀ ਉਹ ਕਿੱਥੇ ਚਲੇ ਗਏ, ਉਹ ਕਾਲਜ ਚਲੇ ਗਏ। ਕਦੋਂ, ਆਫਟਰ ਹਾਈ ਸਕੂਲ ਇਨ ਬੋਥ ਈਅਰਸ, ਕਹਿੰਦਾ ਆਫਟਰ ਹਾਈ ਸਕੂਲ ਤੋਂ ਬਾਅਦ ਜਿਹੜੇ ਜ਼ਿਆਦਾਤਰ ਬੱਚੇ ਸੀ ਉਹ ਕਾਲਜ ਦੇ ਵਿੱਚ ਚਲੇ ਗਏ ਦੋਨਾਂ ਸਾਲਾਂ ਦੇ ਵਿੱਚ। ਕਹਿੰਦਾ ਵਾਈਲ, ਜਦ ਕਿ ਕਹਿੰਦਾ ਸਟੂਡੈਂਟਸ ਹੂ ਹੈਡ ਨੋ ਆਈਡੀਆ, ਕਹਿੰਦਾ ਸਟੂਡੈਂਟਸ ਜਿਨ੍ਹਾਂ ਕੋਲ ਕੋਈ ਵੀ ਆਈਡੀਆ ਨਹੀਂ ਸੀ ਉਹਨਾਂ ਦੇ ਕਰੀਅਰ ਨੂੰ ਲੈ ਕੇ ਵਰ ਲੈਸ ਇਨ 2010, ਕਿਉਂਕਿ ਉੱਥੇ ਕਿੰਨੇ ਸੀ ਉਹ 2010 ਦੇ ਵਿੱਚ 5% ਸੀ। ਤਾਂ ਆਪਾਂ ਇੰਨਾ ਕੀ ਮੈਂਸ਼ਨ ਕਰਤਾ ਵੀ ਉਹ 2010 ਦੇ ਵਿੱਚ ਉਹ ਬੱਚੇ ਘੱਟ ਸੀ ਜਿਨ੍ਹਾਂ ਨੂੰ ਆਪਦੇ ਕਰੀਅਰ ਦੇ ਲਈ ਕੋਈ ਵੀ ਆਈਡੀਆ ਨਹੀਂ ਹੈਗਾ ਸੀ। ਤਾਂ ਮੈਂ ਤੁਹਾਨੂੰ ਹਰ ਵਾਰੀ ਕਹਿਣਾ ਹੁੰਦਾ ਵੀ ਜਿਹੜਾ ਟਾਸਕ 1 ਹੈ ਤੁਸੀਂ ਬਹੁਤ ਹੀ ਸਿੰਪਲ ਵੇਰੀਏਸ਼ਨਾਂ ਲਾ ਕੇ ਯੂਜ਼ ਕਰਨਾ, ਸਿੰਪਲ ਲਾਈਨਾਂ ਨਹੀਂ ਲਿਖਣੀਆਂ, ਸਿੰਪਲ ਵੇਰੀਏਸ਼ਨਾਂ ਲਿਖਣੀਆਂ ਨੇ। ਅਤੇ ਸਿੰਪਲ ਵੇਰੀਏਸ਼ਨ ਕਿਹੜੀਆਂ ਹੁੰਦੀਆਂ ਨੇ, ਸਿੰਪਲ ਵੇਰੀਏਸ਼ਨ ਹੁੰਦੀਆਂ ਨੇ ਜੀ ਇਨਕਰੀਜ਼ਡ ਬਾਏ, ਇਨਕਰੀਜ਼ਡ ਟੂ, ਸੇਮ ਵਾਲੀ ਵੇਰੀਏਸ਼ਨ, ਡਿਫਰੈਂਸ ਵਾਲੀ ਵੇਰੀਏਸ਼ਨ, ਰਿਸਪੈਕਟਿਵਲੀ ਵਾਲੀ ਵੇਰੀਏਸ਼ਨ, ਫੋਲੋਡ ਬਾਏ ਵਾਲੀ ਵੇਰੀਏਸ਼ਨ। ਤਾਂ ਇਹ ਕੁਝ ਵੇਰੀਏਸ਼ਨਾਂ ਹੁੰਦੀਆਂ ਨੇ, ਫਰੋਮ ਅਤੇ ਟੂ ਵਾਲੀ ਵੇਰੀਏਸ਼ਨ ਹੈ ਨਾ, ਪੀਕ ਡੈਟ ਵਾਲੀ ਵੇਰੀਏਸ਼ਨ। ਤਾਂ ਇਹ ਜਿਹੜੀਆਂ ਸਿੰਪਲ ਵੇਰੀਏਸ਼ਨਾਂ ਨੇ ਇਹਨਾਂ ਦੇ ਨਾਲ ਆਪਣਾ ਟਾਸਕ 1 2 ਬੈਂਡਾਂ ਦਾ ਈਜ਼ੀਲੀ ਕੰਪਲੀਟ ਹੋ ਜਾਂਦਾ। ਜਿਵੇਂ ਤੁਸੀਂ ਸਿੱਧਾ ਹੀ ਉਹੀ ਚੀਜ਼ਾਂ ਲਿਖੀ ਜਾਓਗੇ ਸਿੰਪਲ ਲਾਈਨਾਂ, ਉਹਦੇ ਨਾਲ ਬੈਂਡ ਸਕੋਰ ਨਹੀਂ ਆਉਣਾ। ਅਤੇ ਜੇ ਜ਼ਿਆਦਾ ਹੀ ਕੰਪਲੈਕਸ ਕੰਮ ਕਰਨ ਲੱਗ ਗਏ ਉਹਦੇ ਨਾਲ ਤੁਸੀਂ ਖੁਦ ਹੀ ਉਲਝ ਜਾਣਾ, ਮਤਲਬ ਕਿ ਉਹਦੇ ਵਿੱਚ ਤੁਸੀਂ ਖੁਦ ਹੀ ਉਲਝ ਜਾਓਗੇ ਅਤੇ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਵੀ ਕਰਨਾ ਕੀ ਆ ਨਾ। ਤਾਂ ਬੈਸਟ ਵੀ ਇਹੀ ਆ ਵੀ ਸਿੰਪਲ ਜਿਹੀਆਂ ਵੇਰੀਏਸ਼ਨਾਂ ਜਿਹੜੀਆਂ ਕਿ ਆਪਾਂ ਤੁਹਾਨੂੰ ਸਿਖਾ ਚੁੱਕੇ ਹਾਂ ਉਹ ਤੁਸੀਂ ਯੂਜ਼ ਕਰਨੀਆਂ ਨੇ। ਅਤੇ ਅੱਜ ਦੀ ਇਸ ਵੀਡੀਓ ਵਿੱਚ ਵੀ ਆਪਾਂ ਤੁਹਾਨੂੰ ਸਿਖਾਵਾਂਗੇ, ਕਿਉਂਕਿ ਅੱਜ ਵੀ ਮੈਂ ਜਿਹੜੀਆਂ ਸਿੰਪਲ ਵੇਰੀਏਸ਼ਨਾਂ ਹੀ ਯੂਜ਼ ਕਰਨੀਆਂ ਨੇ। ਤਾਂ ਮੈਂ ਇੱਥੇ ਉਹ ਡਾਟਾ ਜਿਹੜਾ ਕਿ ਸਭ ਤੋਂ ਪਹਿਲਾਂ BP ਦੀ ਸਟਾਰਟ ਵਿੱਚ ਮੈਂਸ਼ਨ ਕਰਨਾ ਚਾਹੁੰਦਾ ਸੀ ਵੀ ਜਿਨ੍ਹਾਂ ਦਾ ਜਿਹੜਾ ਕਿ ਟਰੈਂਡ ਸੇਮ ਹੋਵੇ, ਯਾਨੀ ਕਿ ਜੇ ਆਹ 55% ਆ ਤਾਂ 38% ਹੋ ਗਿਆ ਹੈ ਨਾ। ਤਾਂ ਮੈਨੂੰ ਇੱਕ ਡਾਟਾ ਹੋਰ ਇੱਦਾਂ ਦਾ ਚਾਹੀਦਾ ਸੀ ਜਿਹੜਾ 2010 ਦੇ ਵਿੱਚ ਵੱਧ ਹੋਵੇ ਅਤੇ 2020 ਦੇ ਵਿੱਚ ਘੱਟ ਗਿਆ ਹੋਵੇ। ਤਾਂ ਮੈਂ ਦੇਖਿਆ ਤਾਂ ਉਹ ਇਹ ਡਾਟਾ ਸੀ ਜਿਨ੍ਹਾਂ ਨੇ ਜਿਹੜਾ ਕਿ ਆਪਣਾ ਕਿਹੜੇ ਸੀ ਇਹ 24% ਵਾਲੇ ਜਿਨ੍ਹਾਂ ਨੇ ਵਰਕਿੰਗ ਕੀਤੀ ਹੈ ਨਾ, ਇਹ 24% ਸੀ। ਅਤੇ ਇਸ ਤੋਂ ਬਾਅਦ ਇਹ 2020 ਦੇ ਵਿੱਚ ਘੱਟ ਗਏ। ਅਤੇ ਮੈਂ ਇੱਥੇ ਕਿਹੜੀ ਵੇਰੀਏਸ਼ਨ ਲਾ ਸਕਦਾ, ਮੈਂ ਇੱਥੇ ਡਿਕਰੀਜ਼ਡ ਟੂ ਵਾਲੀ ਵੇਰੀਏਸ਼ਨ ਲਾ ਸਕਦਾ ਨਾ, ਡਿਕਰੀਜ਼ਡ ਟੂ ਵੀ ਇੱਥੇ ਵੀ ਉਸ ਤੋਂ ਬਾਅਦ ਉਹ ਡਿਕਰੀਜ਼ਡ ਹੋ ਗਏ ਨਾ 10 ਸਾਲਾਂ ਦੇ ਬਾਅਦ। ਤਾਂ ਮੈਨੂੰ ਇਹ ਦੋ ਚੀਜ਼ਾਂ ਲੱਭ ਗਈਆਂ ਵੀ ਇਹਨਾਂ ਦਾ ਡਾਟਾ ਸੇਮ ਆ ਹੈ ਨਾ, ਵੀ ਇਹਨਾਂ ਦਾ ਟਰੈਂਡ ਸੇਮ ਆ, ਇਹ 10 ਸਾਲਾਂ ਦੇ ਬਾਅਦ ਦੋਨੇ ਘੱਟ ਗਏ। ਤਾਂ ਮੈਂ ਹੁਣ ਇਹਨੂੰ ਮੈਂਸ਼ਨ ਕਰੂੰਗਾ, ਇਹ 55 ਸੀ, ਇਹ 38 ਸੀ ਹੋ ਗਿਆ, ਇਹ 24 ਸੀ, ਇਹ 10 ਰਹਿ ਗਿਆ, ਠੀਕ ਹੈ। ਤਾਂ ਹੁਣ ਮੈਂ ਤੁਸੀਂ ਦੇਖੋ ਵੀ ਮੈਂ ਕਿੱਦਾਂ ਜਦਕਿ ਬਹੁਤ ਹੀ ਸੌਖੇ ਤਰੀਕੇ ਨਾਲ ਇਹ ਡਾਟਾ ਨੂੰ ਕਵਰ ਕਰ ਦਿੱਤਾ। ਤਾਂ ਮੈਂ ਲਾਈਨ ਕਿੱਦਾਂ ਸਟਾਰਟ ਕੀਤੀ ਆ, ਮੈਂ ਉਹਨਾਂ ਨੂੰ ਕਿਹਾ ਕਮੈਂਸਿੰਗ ਫਰੋਮ 2010, ਮੈਂ ਕਿਹਾ ਵੀ ਆਪਾਂ 2010 ਤੋਂ ਜੇ ਸਟਾਰਟ ਕਰੀਏ। ਕਹਿੰਦਾ ਦੀ ਪਰਸੈਂਟਾਈਲ ਆਫ ਸਟੂਡੈਂਟ, ਪਰਸੈਂਟਾਈਲ ਇਜ਼ ਦਾ ਸਿਨੋਨਿਮ ਆਫ ਪਰਸੈਂਟੇਜ, ਓਕੇ। ਕਹਿੰਦਾ ਸਟੂਡੈਂਟਸ ਹੂ ਵੈਂਟ ਟੂ ਕਾਲਜ ਐਂਡ ਕਹਿੰਦਾ ਪਰਸੈਂਟਾਈਲ ਕਿਹਨਾਂ ਦਾ, ਉਹ ਬੱਚਿਆਂ ਦਾ ਜਿਹੜੇ ਕਿ ਕਾਲਜ ਗਏ ਸੀ ਅਤੇ ਜਿਨ੍ਹਾਂ ਨੇ ਡਿਸਾਈਡ ਕੀਤਾ ਸੀ ਵਰਕ ਕਰਨਾ, ਉਹ ਕਿੰਨਾ ਸੀ, ਕਹਿੰਦਾ 55% ਸੀ ਅਤੇ 24% ਸੀ ਹੈ ਨਾ। ਮੈਂ ਤੁਹਾਨੂੰ ਇਹ ਚੀਜ਼ ਦਿਖਾ ਕੇ ਆਇਆ ਵੀ ਉਹ 55 ਸੀ ਅਤੇ 24 ਸੀ। ਉਸ ਤੋਂ ਬਾਅਦ ਮੈਂ ਤੁਹਾਨੂੰ ਕਿਹਾ ਵੀ ਮੈਂ ਲਾਊਂਗਾ ਡਿਕਰੀਜ਼ ਟੂ ਵਾਲੀ ਵੇਰੀਏਸ਼ਨ, ਇੱਥੇ ਮੈਂ ਲਿਖਤੀ ਡਿਕਲਾਈਨ
ਡਿਕਲਾइंड टू सेम चीज़ हो गई है ना, विच डिकलाइंड टू 38%, कितने तक वो डिकलाइन हो गया 38% तक 55 वाला, एंड 10% इन लास्ट ईयर। इतने आप रिस्पैक्टिवली भी लिख सकते सी ना, रिस्पैक्टिवली लिखण नूं लिख सकते सी, कोई चक्कर वाली गल नहीं हैगी। इन लास्ट ईयर तो बाद रिस्पैक्टिवली आ जाऊगा है ना, तो ये रिस्पैक्टिवली वाली वेरीएशन भी होगी तो डिकलाइन टू वाली वेरीएशन भी होगी। तो मैं बहुत ही मतलब कि ਉਹਦੇ ਵਿੱਚ ਤੁਸੀਂ इदां देखो, ਇਹਦੇ ਵਿੱਚ 5 ਚੀਜ਼ਾਂ ਨੇ ਤੇ ਆਪਾਂ 2 ਮੈਂਸ਼ਨ ਕਰਤੀਆਂ ਇੱਕ ਲਾਈਨ ਦੇ ਵਿੱਚ ਹੀ। ਆਪਣਾ ਕਾਲਜ ਵੀ ਮੈਂਸ਼ਨ ਹੋ ਗਿਆ, ਆਪਣਾ ਵਰਕਿੰਗ ਵੀ ਮੈਂਸ਼ਨ ਹੋ ਗਿਆ। ਆਪਣੇ ਕੋਲੇ ਰਹਿ ਕੀ ਗਿਆ, ਜਿਨ੍ਹਾਂ ਕੋਲੇ ਕੋਈ ਆਈਡੀਆ ਨਹੀਂ ਸੀ, ਜਿਨ੍ਹਾਂ ਨੇ ਬਿਜ਼ਨਸ ਸਟਾਰਟ ਕੀਤਾ, ਜਿਨ੍ਹਾਂ ਨੇ ਫਰੀਲੈਂਸਰ ਤੇ ਇਨਫੋਰਮਲ ਸੈਕਟਰ ਦੇ ਵਿੱਚ ਕੰਮ ਕੀਤਾ ਨਾ, ਤਾਂ ਇਹ ਚੀਜ਼ਾਂ ਰਹਿ ਗਈਆਂ। ਹੁਣ ਇਹ ਚੀਜ਼ਾਂ ਆਪਣੇ ਕੋਲੇ ਕਿੰਨੀ ਕੀ ਚੀਜ਼, ਆਪਣੇ ਕੋਲ ਇੱਕ ਤਾਂ ਇੱਕ ਬੀਬੀ ਪਿਆ ਹੈ ਨਾ, ਉਹਦੇ ਵਿੱਚ 2 ਮੈਂਸ਼ਨ ਕਰ ਦਾਂਗੇ, ਅਤੇ ਇੱਕ ਆਪਾਂ ਇੱਕ ਜਿਹੜੀ ਹੋਰ ਚੀਜ਼ ਆ ਉਹ ਆਪਾਂ ਫਸਟ ਬੀ ਵਿੱਚ ਐਕਸਪਲੇਨ ਕਰ ਦਿੰਦੇ ਹੈਗੇ। ਤਾਂ ਤੁਸੀਂ ਦੇਖੋ, ਮੈਂ ਤੁਹਾਨੂੰ ਇੱਕ ਗੱਲ ਹੋਰ ਸਿਖਾਈ ਹੋਈ ਆ ਵੀ ਜਿਹੜਾ 0 ਤੋਂ ਲੈ ਕੇ 2% ਤੱਕ ਦਾ ਡਿਫਰੈਂਸ ਹੁੰਦਾ, ਇਹਨੂੰ ਆਪਾਂ ਨਗਲੈਜੀਬਲ ਡਿਫਰੈਂਸ ਕਹਿੰਦੇ ਹੁੰਦੇ ਆਂਗੇ। ਕਿਹੜਾ ਡਿਫਰੈਂਸ ਇਹ ਹੁੰਦਾ ਨਗਲੈਜੀਬਲ ਡਿਫਰੈਂਸ, ਜਾਣੀ ਕਿ ਨਾ ਮਾਤਰ ਜਿਹਾ ਡਿਫਰੈਂਸ। ਜੇ ਤੁਸੀਂ ਇਹਦੇ ਵਿੱਚੋਂ ਲੱਭੋ ਵੀ ਨਗਲੈਜੀਬਲ ਡਿਫਰੈਂਸ ਕਾਹਦੇ ਵਿੱਚ ਆ, ਤਾਂ 11 ਅਤੇ 13% ਨੂੰ ਜਿਹੜਾ ਡਿਫਰੈਂਸ ਆ ਇਹ ਨਗਲੈਜੀਬਲ ਡਿਫਰੈਂਸ ਆ। ਇਹਦੇ ਵਿੱਚ ਕੋਈ ਬਹੁਤਾ ਵੱਡਾ ਖਾਸ ਅੰਤਰ ਨਹੀਂ ਹੈਗਾ। ਤਾਂ ਇਹ ਕਾਹਦਾ ਗਾ, ਇਹ ਉਹਨਾਂ ਬੱਚਿਆਂ ਦਾ ਜਿਨ੍ਹਾਂ ਨੇ ਵਰਕਿੰਗ ਕੀਤੀ ਆ ਫਰੀਲੈਂਸਰ ਦੇ ਇਨਫੋਰਮਲ ਸੈਕਟਰ ਦੇ ਵਿੱਚ। ਅਤੇ ਆਹ ਚੀਜ਼ ਨੂੰ ਮੈਂ ਮੈਂਸ਼ਨ ਕਰੂੰਗਾ ਆਪਣੇ BP1 ਦੇ ਵਿੱਚ, ਅਤੇ ਮੈਂ ਉਹਨਾਂ ਨੂੰ ਕਹੂੰਗਾ ਦੇਰ ਵਾਜ਼ ਅ ਨਗਲੈਜੀਬਲ ਡਿਫਰੈਂਸ, ਮੋਰ ਓਵਰ ਦਾ ਕਨੈਕਟਰ ਮੈਂ ਲਾ ਦਿੱਤਾ। ਮੈਂ ਉਹਨਾਂ ਨੂੰ ਕਿਹਾ ਦੇਰ ਵਾਜ਼ ਅ ਨਗਲੈਜੀਬਲ ਡਿਫਰੈਂਸ ਬਿਟਵੀਨ ਦਾ परसेंटम ऑफ, इतने मैं परसेंटाइल लिखिया सी, इतने मैं परसेंटम लिखता, रेशो भी लिख सकता, प्रोपोर्शन भी लिख सकता, ठीक है। काफ़ी सिनोनिम होंगे ने परसेंटेज दे। ऑफ हाई स्कूल ग्रैजुएट्स, मतलब कि उन्होंने हाई स्कूल ग्रैजुएट के बहुत ही घट डिफरेंस आ किन्ना दा, उन्होंने हू चूज टू वर्क इन आ फ्रीलैंसर एंड इनफॉर्मल सैक्टर्स इन गिवन ईयर्स। लो जी सीधी जी गल होती, जां मैं इत्थे लिख भी सकता सी इट वाज ओनली 2% है ना, अगे मैं लिख सकता सी, तुहाडे उत्ते डिपेंड करता, पर मैं उन्होंने दसता भी नगलैजिबल डिफरेंस आ, बहुत ही घट ते ना मात्र जिहा डिफरेंस है ना। यानी कि 3 चीज़ां अपनियां एक्सप्लेन हो चुकियां ने, तो ओनली 2 डाटे अपने कोल रह चुके हैं। वो किन्ना दे रहे हैं, जिन्होंने वर्किंग जिन्होंने बिजनेस स्टार्ट किया, तो एक और रह गए जिन्होंने कोल कोई भी आइडिया नहीं सी है ना। जानी कि आप जो ध्यान दे नाल देखिए अपने कोले की रह गया, अपने कोले रह गया एक तो भी जिन्हों कोले कोई भी आइडिया नहीं सी, जानी कि एक तो आ चीज़ रह गई। एक चीज़ अपने कोले होर भी रहिंदी है, 5% तो जोड़े 24 हो गए, ये भी रहिंदे आ है ना। तो हुण आपां जिहड़ा ये डाटा गा, ये डाटे नूं मैंशन करना, तो सब तो पहलां आपां जिहड़े नो आइडिया वाले ने उन्होंने मैंशन कर दिंदे हैगे। नहीं, नो आइडिया वाले नहीं करांगे, सब तो पहलां आपां आह कर लैंदे हैगे जिहड़े हैगे ने स्टार्टिंग जिन्होंने बिजनेस स्टार्ट किया। ਹੁਣ ਆਪਾਂ ਆਫਟਰ ਐਨਾਲਾਈਜ਼ਿੰਗ ਦਾ ਫਰਦਰ ਡਾਟਾ ਤੋਂ ਲਾਈਨ ਸਟਾਰਟ ਕਰਦੇ ਹੁੰਦੇ ਹਾਂ, ਅਤੇ ਇੱਥੇ ਮੈਂ ਵੇਰੀਏਸ਼ਨ ਲਾਈ ਆ ਫੋਲੋਡ ਬਾਈ ਦੀ ਵੇਰੀਏਸ਼ਨ, ਠੀਕ ਹੈ। ਕਹਿੰਦਾ ਆਫਟਰ ਐਨਾਲਾਈਜ਼ਿੰਗ ਦਾ ਫਰਦਰ ਡਾਟਾ इट इज़ अपेरेंट दैट, मतलब कि ये साफ साफ दिखाई दे रहा भी 5% ग्रैजुएट्स स्टार्टड आ बिजनेस। भी मैं उन्होंने कहा भी आफ्टर हाई स्कूल जो कि 5% ग्रैजुएट्स ने बिजनेस स्टार्ट कर लिया इन 2010, सीधी जी गल होगी। फॉलोड बाय 24% इन 2020 है ना, सीधी जी गल है। होर की है, मैं तुहानूं कहना भी फॉलोड बाय ते जिहड़ी रिस्पैक्टिवली वाली वेरीएशन आ वो उत्थे लगूगी जिथे एक चीज़ सेम होवे। ते इहदे विच अपने कोले सेम की आ गई, अपने कोले इत्थे सेम वो चीज़ आ, अपने को अपना मतलब कि काम आ वो सेम आगा, दोनों ने ही बिजनेस स्टार्ट किया है ना। मतलब कि ਜਿਹੜੇ ਆ 4% ਨੇ ਇਹਨਾਂ ਨੇ ਵੀ ਬਿਜ਼ਨਸ ਸਟਾਰਟ ਕੀਤਾ ਤੇ 5% ਨੇ ਬਿਜ਼ਨਸ ਸਟਾਰਟ ਕੀਤਾ। ਡਿਫਰੈਂਸ ਕੀ ਆ ਵੀ ਇਹਨਾਂ ਦਾ ਜਿਹੜਾ ਈਅਰ ਆ ਉਹ ਡਿਫਰੈਂਟ ਆ ਤੇ ਸੇਮ ਕੀ ਚੀਜ਼ ਆ, ਇਹਨਾਂ ਨੇ ਬਿਜ਼ਨਸ ਸਟਾਰਟ ਕੀਤਾ। ਯਾਨੀ ਕਿ ਇੱਕ ਚੀਜ਼ ਸੇਮ ਹੋਣੀ ਚਾਹੀਦੀ ਹੈ ਤਾਂ ਲੱਗਦੀ ਹੁੰਦੀ ਹੈ ਤੁਹਾਡੀ ਫੋਲੋਡ ਬਾਈ ਵਾਲੀ ਵੇਰੀਏਸ਼ਨ। ਤੇ ਉਸ ਤੋਂ ਬਾਅਦ ਜੇ ਲਾਸਟ ਦੇ ਆਪਣਾ ਜਿਹੜਾ ਹੋ ਰਹਿ ਗਿਆ ਜਿਨ੍ਹਾਂ ਕੋਲ ਕੋਈ ਵੀ ਆਈਡੀਆ ਨਹੀਂ ਸੀ, ਤਾਂ ਉਸ ਚੀਜ਼ ਨੂੰ ਆਪਾਂ ਕਿੱਦਾਂ ਮਤਲਬ ਕਿ ਐਕਸਪਲੇਨ ਕਰ ਰਹੇ ਹਾਂ। ਉਸ ਚੀਜ਼ ਨੂੰ ਆਪਾਂ ਇੱਦਾਂ ਐਕਸਪਲੇਨ ਕਰ ਰਹੇ ਹਾਂ ਵੀ ਕਹਿੰਦਾ ਐਟ ਲਾਸਟ, ਕਹਿੰਦਾ ਲਾਸਟ ਦੇ ਉੱਤੇ ਦੀ ਗ੍ਰੈਜੂਏਟਸ, ਕਹਿੰਦਾ ਗ੍ਰੈਜੂਏਟਸ ਹੂ ਹੈਡ ਨੋ ਆਈਡੀਆ, ਜਿਨ੍ਹਾਂ ਕੋਲ ਕੋਈ ਵੀ ਆਈਡੀਆ ਨਹੀਂ ਸੀ, ਉਹ ਕਿੰਨੇ ਸੀ 5% ਇਨ ਫਾਰਮਰ ਈਅਰ ਕਿੰਨਾ ਹੁੰਦਾ ਗਾ ਜਿਹੜਾ ਸਟਾਰਟਿੰਗ ਈਅਰ ਪਹਿਲਾ ਈਅਰ ਹੁੰਦਾ ਨਾ, ਇਹ ਵਿੱਚ ਇਨਕਰੀਜ਼ਡ ਬਾਈ 10% ਇਨ ਲੇਟਰ ਈਅਰ। ਲੇਟਰ ਈਅਰ ਕਿਹੜਾ ਹੁੰਦਾ, ਜਿਹੜਾ ਬਾਅਦ ਵਾਲਾ ਈਅਰ ਹੁੰਦਾ। ਤੇ ਤੁਹਾਨੂੰ ਪਤਾ ਵੀ ਆਪਣੇ ਕੋਲ ਈਅਰ ਹੀ 2 ਨੇ, ਫਾਰਮਰ 2010 ਹੋ ਗਿਆ ਤੇ ਲੇਟਰ ਆਪਣਾ 2020 ਹੋ ਗਿਆ ਹੈ ਨਾ। ਤਾਂ ਇਸ ਤਰੀਕੇ ਦੇ ਨਾਲ ਆਪਾਂ ਕਹਿ ਸਕਦੇ ਹਾਂਗੇ ਵੀ ਜਿਨ੍ਹਾਂ ਕੋਲ ਹੈਗਾ ਸੀ ਮਤਲਬ ਇਨਕਰੀਜ਼ਡ ਬਾਈ, ਆਪਾਂ ਇਨਕਰੀਜ਼ਡ ਬਾਈ ਵਾਲੀ ਵੇਰੀਏਸ਼ਨ ਨਹੀਂ ਲਾਈ ਸੀ, ਆਪਾਂ ਡਿਕਲਾਈਨਡ ਟੂ ਵਾਲੀ ਵੇਰੀਏਸ਼ਨ ਲਾਈ ਸੀ। ਜਾਣੀ ਕਿ ਇਨਕਲਾਈਨਡ ਟੂ ਵਾਲੀ ਕਹਿ ਸਕਦੇ ਹਾਂ, 2 ਅਤੇ ਵਾਈ ਵਾਲੀ ਵੇਰੀਏਸ਼ਨ ਵਿੱਚ ਥੋੜ੍ਹਾ ਜਿਹਾ ਡਿਫਰੈਂਟ ਆ ਜਾਂਦਾ, ਕਿਉਂਕਿ ਇੱਥੇ ਆਪਾਂ ਡਿਫਰੈਂਸ ਦੇ ਨਾਲ ਸ਼ੋ ਕਰਦੇ ਹੁੰਦੇ ਹਾਂਗੇ। ਮਤਲਬ ਕਿ ਜੇ ਫਾਰਮਰ ਦੇ ਵਿੱਚ 5% ਸੀ, ਤਾਂ ਜਿਹੜੇ ਲੇਟਰ ਦੇ ਵਿੱਚ 15% ਹੋ ਗਏ, ਅਤੇ ਵਾਈ ਦਾ ਮਤਲਬ ਕੀ ਆ ਡਿਫਰੈਂਸ ਆ ਉਹਨਾਂ ਵਿੱਚ 10% ਦਾ। ਤਾਂ ਇਸ ਤਰੀਕੇ ਨਾਲ ਸਿੰਪਲ ਵੇਰੀਏਸ਼ਨਾਂ ਦੇ ਨਾਲ ਤੁਹਾਨੂੰ ਟਾਸਕ 1 ਕਰਨਾ ਆਪਾਂ ਸਿਖਾਉਣ ਜਾ ਰਹੇ ਹਾਂਗੇ। ਹਰ ਰੋਜ਼ ਹੀ ਆਪਾਂ ਇੱਦਾਂ ਹੀ ਕੋਸ਼ਿਸ਼ ਕਰਿਆ ਕਰਾਂਗੇ ਵੀ ਤੁਹਾਨੂੰ ਨਵੀਆਂ ਗੱਲਾਂ ਤੁਹਾਡੇ ਟਾਸਕ 1 ਦੇ ਬਾਰੇ, ਤੁਹਾਨੂੰ ਵੇਰੀਏਸ਼ਨ ਦੇ ਬਾਰੇ ਦੱਸ ਸਕੀਏ। ਮੈਨੂੰ ਉਮੀਦ ਆ ਵੀ ਤੁਸੀਂ ਬਹੁਤ ਹੀ ਜਲਦੀ ਜਿਹੜੇ ਕਿ ਇਹਨਾਂ ਵੇਰੀਏਸ਼ਨਾਂ ਨੂੰ ਯੂਜ਼ ਕਰਨਾ ਸਿੱਖ ਜਾਵੋਗੇ, ਕਿਉਂਕਿ ਇਹ ਚੀਜ਼ਾਂ ਨਹੀਂ ਬਹੁਤ ਹੀ ਡਿਫੀਕਲਟ ਨਹੀਂ ਹੈਗੀਆਂ। ਅਤੇ ਮੇਰੇ ਕੋਲ ਅੱਜ ਇੱਕ ਹੋਰ ਰਿਜ਼ਲਟ ਵੀ ਰਿਸੀਵ ਹੋਇਆ ਸਾਡੇ ਸਟੂਡੈਂਟ ਦਾ, ਉਹ ਮੈਥੋਂ ਮਤਲਬ ਕਿ ਇੰਡੀਆ ਤੋਂ ਨਹੀਂ ਸਨ, ਉਹ ਅਬਰੋਡ ਤੋਂ ਸੀ।
ਤੇ ਉਹਨਾਂ ਦੀ ਅੱਜ ਰਿਕੁਆਇਰਮੈਂਟ ਪੂਰੀ ਹੋਈ ਆ PR ਦੀ, ਹੈ ਨਾ। ਉਹਨਾਂ ਨੇ ਸਾਡੇ ਤੋਂ ਕਲਾਸਿਸ ਲਈਆਂ ਸੀ, ਪਰ ਉਹਨਾਂ ਨੇ ਕਲਾਸਿਸ ਅਟੈਂਡ ਬਹੁਤ ਘੱਟ ਕੀਤੀਆਂ ਸੀ, ਪਰ ਫਿਰ ਵੀ ਉਹਨਾਂ ਨੂੰ ਜੰਬੋ ਕਿਊ ਕਾਰਡ PDF ਵੀ ਆਪਾਂ ਸੇਲ ਕੀਤਾ ਸੀ, ਹੈ ਨਾ। ਤਾਂ ਉਹਨਾਂ ਨੂੰ ਉਸ ਤੋਂ ਵੀ ਕਾਫੀ ਹੈਲਪ ਹੋਈ ਹੋਣੀ ਹੈ। ਅਤੇ ਉਹਨਾਂ ਨੇ ਅੱਜ ਮੈਨੂੰ ਮੈਸੇਜ ਕਰਕੇ ਦੱਸਿਆ ਵੀ ਮੇਰੀ ਜਿਹੜੀ PR ਦੀ ਰਿਕੁਆਇਰਮੈਂਟ ਆ ਉਹ ਪੂਰੀ ਹੋ ਗਈ, ਹੈ ਨਾ। ਕਾਫੀ ਖੁਸ਼ੀ ਹੋਈ। ਉਹ ਸਾਡੇ ਸੈਕਿੰਡ ਸਟੂਡੈਂਟ ਸੀ, ਹੈ ਨਾ। ਯਾਨੀ ਕਿ ਅੱਜ ਤੱਕ ਆਪਾਂ ਮਤਲਬ ਕਿ ਜਿਹਨਾਂ ਬੱਚਿਆਂ ਨੂੰ ਆਪਣੀ ਕਲਾਸ ਦਿੱਤੀ ਹੈਗੀ, ਉਹਨਾਂ ਵਿੱਚੋਂ 2 ਸਟੂਡੈਂਟ ਦਾ ਰਿਜ਼ਲਟ ਆਇਆ ਨਾ, ਅਤੇ ਦੋਨਾਂ ਦੇ ਜੋ ਵੀ ਉਹਨਾਂ ਦੀ ਰਿਕੁਆਇਰਮੈਂਟ ਸੀ ਉਹਨਾਂ ਨੇ ਪੂਰੀ ਕਰ ਲਈ। ਇੱਕ ਬੱਚੇ ਦੇ ਆਪਣੇ ਜਿਹੜੇ ਕਿ ਸਟਾਰਟਿੰਗ ਵਿੱਚ ਜਿਹਨਾਂ ਨੇ ਸਭ ਤੋਂ ਪਹਿਲੀ ਕਲਾਸ ਬਾਏ ਕੀਤੀ ਸੀ, ਉਹਨਾਂ ਦਾ ਬੈਂਡ ਸਕੋਰ ਬਹੁਤ ਵਧੀਆ ਆਇਆ। ਉਹਨਾਂ ਨੇ ਸਪੀਕਿੰਗ ਦੀ ਕਲਾਸ ਲਈ ਅਤੇ ਰੀਡਿੰਗ ਦੇ ਲਈ ਸਪੀਕਿੰਗ ਵਿੱਚੋਂ 6.5 ਆਏ ਨੇ, ਅਤੇ ਰੀਡਿੰਗ ਵਿੱਚ ਉਹਨਾਂ ਦਾ ਬੈਂਡ ਸਕੋਰ 6 ਆਇਆ, ਠੀਕ ਹੈ। ਅਤੇ ਉਸ ਤੋਂ ਬਾਅਦ ਇੱਕ ਅੱਜ ਰਿਜ਼ਲਟ ਮੈਨੂੰ ਰਿਸੀਵ ਹੋਇਆ, ਉਹਨਾਂ ਨੇ ਕਿਹਾ ਵੀ ਮੇਰੀ ਵੀ ਰਿਕੁਆਇਰਮੈਂਟ ਪੂਰੀ ਹੋ ਗਈ, ਹੈ ਨਾ। ਤਾਂ ਬਹੁਤ ਖੁਸ਼ੀ ਹੁੰਦੀ ਆ। ਤਾਂ ਹੁਣ ਆਪਣਾ ਟਾਸਕ 1 ਹੋ ਚੁੱਕਿਆ ਕੰਪਲੀਟ, ਅਤੇ ਹੁਣ ਆਪਾਂ ਮੂਵ ਕਰਾਂਗੇ ਆਪਣੇ ਟਾਸਕ 2 ਦੇ ਵੱਲ। ਸਭ ਤੋਂ ਪਹਿਲਾਂ ਟਾਸਕ 2 ਹੈ ਕਿ ਮੈਂ ਇਹ ਡਿਸਕਸ ਕਰਨਾ ਚਾਹੁੰਦਾ ਵੀ ਟਾਸਕ 1 ਇਹ ਆ ਵੀ ਕਹਿੰਦੇ ਜਿਹੜੀ ਗਵਰਨਮੈਂਟ ਆ ਉਹ ਮਨੀ ਸਪੈਂਡ ਕਰ ਰਹੀ ਹੈ ਸਪੇਸ ਪ੍ਰੋਗਰਾਮ ਦੇ ਉੱਤੇ, ਹੈ ਨਾ। ਸਪੇਸ ਪ੍ਰੋਗਰਾਮ ਦੇ ਉੱਤੇ ਮਨੀ ਸਪੈਂਡ ਕੀਤੀ ਜਾ ਰਹੀ ਆ। ਕਹਿੰਦਾ ਵੀ ਇਹ ਵਧੀਆ ਤਰੀਕਾ ਇਹ ਹੋ ਸਕਦਾ ਵੀ ਜੇ ਇਹ ਵਾਲੀ ਜਿਹੜੀ ਮਨੀ ਆ ਉਹ ਕਾਹਦੇ ਉੱਤੇ ਸਪੈਂਡ ਕੀਤੀ ਜਾਵੇ, ਹੋਸਪੀਟਲ ਉੱਤੇ ਸਪੈਂਡ ਕਰ ਸਕਦੇ ਆ। ਉਹ ਕਹਿੰਦਾ ਨਾਲ ਦੀ ਨਾਲ ਜਿਹੜਾ ਕਿ ਬੱਚਿਆਂ ਦੇ ਸਕੂਲਸ ਦੇ ਉੱਤੇ ਨਾ ਐਜੂਕੇਸ਼ਨ ਦੇ ਉੱਤੇ ਉਹ ਜਿਹੜਾ ਕਿ ਵਧੀਆ ਤਰੀਕੇ ਨਾਲ ਸਪੈਂਡ ਕਰ ਸਕਦੇ ਆ। ਅਤੇ ਟਾਈਪ ਕੀ ਆ, ਟੂ ਵਟ ਐਕਸਟੈਂਡ ਡੂ ਯੂ ਐਗਰੀ ਔਰ ਡਿਸਐਗਰੀ। ਹੁਣ ਮੇਰੇ ਕੋਲ 3 ਰਾਹ ਨੇ। ਜਾਂ ਤਾਂ ਮੈਂ ਇਹਦੇ ਨਾਲ ਟੋਟਲੀ ਐਗਰੀ ਹੋ ਜਾ ਵੀ ਹਾਂ ਜਿਹੜੀ ਉਹਨਾਂ ਨੂੰ ਜਿਹੜੀ ਕਿ ਗਵਰਨਮੈਂਟ ਨੂੰ ਮਨੀ ਆ ਉਹ ਕਾਹਦੇ ਉੱਤੇ ਸਪੈਂਡ ਕਰਨੀ ਚਾਹੀਦੀ ਆ, ਉਹ ਕਰਨੀ ਚਾਹੀਦੀ ਆ ਉਹਨਾਂ ਨੂੰ ਟੋਟਲੀ ਜਿਹੜਾ ਕਿ ਸਕੂਲਸ ਦੇ ਉੱਤੇ, ਹੋਸਪੀਟਲ ਦੇ ਉੱਤੇ। ਮੇਰੇ ਕੋਲ ਦੂਜਾ ਰਸਤਾ ਕੀ ਆ, ਮੈਂ ਇਹਨਾਂ ਨਾਲ ਟੋਟਲੀ ਡਿਸਐਗਰੀ ਹੋ ਜਾਂ। ਡਿਸਐਗਰੀ ਦਾ ਮਤਲਬ ਕੀ ਹੋਊਗਾ ਵੀ ਮੈਂ ਉਹਨਾਂ ਨੂੰ ਇਹ ਕਹਿ ਰਿਹਾ ਵੀ ਨਹੀਂ, ਉਹਨਾਂ ਨੂੰ ਜਿਹੜੀ ਕਿ ਸਪੇਸ ਪ੍ਰੋਗਰਾਮ ਉੱਤੇ ਮਨੀ ਸਪੈਂਡ ਵਧੀਆ ਤਰੀਕੇ ਨਾਲ ਕਰਨੀ ਚਾਹੀਦੀ ਹੈ, ਹੈ ਨਾ। ਅਤੇ ਮੇਰੇ ਕੋਲ ਇੱਕ ਤੀਜਾ ਰਾਸਤਾ ਵੀ ਆ ਜਿਹਨੂੰ ਵਿਚਾਲੇ ਦਾ ਰਾਸਤਾ ਕਹਿ ਦਿੰਦੇ ਵੀ ਮੈਂ ਪਾਰਸ਼ਲੀ ਵੀ ਮੈਂ ਕਿਸੇ ਵੱਲ ਨਾ ਜਾਵਾਂ, ਮੈਂ ਵਿਚਾਲੇ ਜਾ ਕੇ ਬਹਿ ਜਾ ਵੀ ਹਾਂ ਵੀ ਆ ਵੀ ਵਧੀਆ ਆ ਵੀ ਲੋਟ ਆ, ਹੈ ਨਾ। ਮੈਂ ਉਹਨਾਂ ਨੂੰ ਇਹ ਕਹਾਂ ਵੀ ਹੈ ਨਾ ਵੀ ਜਿਹੜਾ ਕਿ ਤੁਹਾਨੂੰ ਸਪੇਸ ਪ੍ਰੋਗਰਾਮ ਉੱਤੇ ਵੀ ਮਨੀ ਸਪੈਂਡ ਕਰਨੀ ਚਾਹੀਦੀ ਆ, ਅਤੇ ਆਪਾਂ ਨੂੰ ਜਿਹੜੀ ਕਿ ਹੈਲਥ ਅਤੇ ਜਿਹੜਾ ਆਪਣਾ ਹੈਗਾ ਗਾ ਸਕੂਲ ਨੇ ਇਹਨਾਂ ਉੱਤੇ ਮਨੀ ਵੀ ਸਪੈਂਡ ਕਰਨੀ ਚਾਹੀਦੀ ਆ। ਕਿਉਂਕਿ ਇੱਥੇ ਜਿਹੜੀ ਚੀਜ਼ ਦੇ ਆਪਣੇ ਕੋਲ ਪੁਆਇੰਟ ਵੱਧ ਨੇ ਆਪਾਂ ਉੱਧਰ ਜਾਣਾ, ਮਤਲਬ ਕਿ ਆਪਾਂ ਨੂੰ ਜ਼ਿਆਦਾ ਸੋਚਣਾ ਨਾ ਪਵੇ। ਹੁਣ ਜੇ ਆਪਾਂ ਟੋਟਲੀ ਐਗਰੀ ਹੋਵੇ, ਆਪਾਂ 2 ਪੁਆਇੰਟ ਤਾਂ ਲੱਭ ਲਏ, 3 ਲੱਭ ਲਏ, ਪਰ ਚੌਥੇ 'ਤੇ ਗਰਾਰੀ ਅੜਦੀ ਆ, ਹੈ ਨਾ। ਤਾਂ ਉੱਥੇ ਟਾਈਮ ਵੇਸਟ ਕਰਨ ਦੀ ਜ਼ਰੂਰਤ ਹੀ ਨਹੀਂ ਹੈਗੀ, ਚੁੱਪ ਕਰਕੇ ਪਾਰਸਲੀ ਵਗ ਜਾਓ। ਜੇ ਤੁਹਾਡੇ ਕੋਲ 2 ਪੁਆਇੰਟ ਉੱਧਰਲੇ ਹੈਗੇ ਆ ਤਾਂ ਉੱਧਰਲੇ, ਕਿਉਂਕਿ ਗੱਲ ਐਵੇਂ ਆ ਆਪਾਂ ਕਿਹੜਾ ਐਂ ਕਹਿਣਾ ਵੀ ਆਪਣਾ ਖਜ਼ਾਨਾ ਖਾਲੀ ਆ, ਆਪਾਂ ਤਾਂ ਬਸ ਪੁਆਇੰਟ ਹੀ ਦੱਸਣੇ ਆ। ਉਹ ਤਾਂ ਆਪਣਾ ਜਿਹੜਾ ਵਿੱਤ ਮੰਤਰੀ ਆਪੇ ਹੀ ਦੇਖੂਗਾ ਵੀ ਖਜ਼ਾਨਾ ਕਿਵੇਂ ਭਰਨਾ, ਹੈ ਨਾ। ਕਿਉਂਕਿ ਆਪਾਂ ਕਿਹੜਾ ਆਪਦੇ ਪੱਲਿਓ ਪੈਸੇ ਦੇਣੇ, ਆਪਾਂ ਤਾਂ ਪੁਆਇੰਟ ਲਿਖਣੇ ਆ। ਕਿਉਂਕਿ ਇੱਥੇ ਸਿੱਧੇ 2 ਪੁਆਇੰਟ ਡਿਸਐਗਰੀ ਦੇ ਪਏ ਆ, ਅਤੇ 2 ਪੁਆਇੰਟ ਆਪਾਂ ਐਗਰੀ ਦੇ ਆਪਦੇ ਕੋਲੋਂ ਲਾ ਲੈਣੇ ਆ। ਮਤਲਬ ਕਿ ਆਪਾਂ ਇਹ ਕਹਿ ਦਾਂਗੇ ਵੀ ਸਕੂਲ ਵੀ ਇੰਪੋਰਟੈਂਟ ਨਹੀਂ, ਦੱਸ ਦਾਂਗੇ ਵੀ ਸਕੂਲ ਦੀ ਜਿਹੜੀ ਕਿ ਮਨੀ ਸਪੈਂਡ ਕਰਨੀ ਸਕੂਲ ਉੱਤੇ ਕਿਉਂ ਇੰਪੋਰਟੈਂਟ ਹੈ, ਹੋਸਪੀਟਲ ਉੱਤੇ ਮਨੀ ਸਪੈਂਡ ਕਰਨੀ ਕਿਉਂ ਇੰਪੋਰਟੈਂਟ ਹੈ। ਯਾਨੀ ਕਿ ਸਿੱਧੇ ਪੁਆਇੰਟ ਤਾਂ ਆਪਣੇ 2 ਇੰਟਰੋਡਕਸ਼ਨ ਵਿੱਚ ਹੀ ਪਏ ਨੇ, ਅਤੇ 2 ਆਪਾਂ ਸਪੇਸ ਵਾਲੇ ਇਹਨਾਂ ਨੂੰ ਦੱਸ ਦਾਂਗੇ ਵੀ ਸਪੇਸ ਦੇ ਉੱਤੇ ਮਨੀ ਸਪੈਂਡ ਕਰਨੀ ਕਿਉਂ ਜ਼ਰੂਰੀ ਆ, ਹੈ ਨਾ। ਤਾਂ ਮੈਂ ਇਹਦੇ ਨਾਲ ਜਿਹੜਾ ਕਿ ਪਾਰਸ਼ਲੀ ਐਗਰੀ ਹੋਇਆ ਵੀ ਹਾਂ ਵੀ ਜਿਹੜੀ ਕਿ ਮਨੀ ਸਪੇਸ ਪ੍ਰੋਗਰਾਮ ਉੱਤੇ ਵੀ ਜਿਹੜੀ ਕਿ ਇਨਵੈਸਟ ਹੋਣੀ ਚਾਹੀਦੀ ਹੈ, ਸਪੈਂਡ ਕਰਨੀ ਚਾਹੀਦੀ ਹੈ, ਯੂਟੀਲਾਈਜ਼ ਕਰਨੀ ਚਾਹੀਦੀ ਆ। ਅਤੇ ਨਾਲ ਦੀ ਨਾਲ ਜਿਹੜੇ ਕਿ ਹੈਲਥ ਅਤੇ ਹੋਸਪੀਟਲ ਵਾਲੇ ਸਕੂਲ ਅਤੇ ਹੋਸਪੀਟਲ ਆ ਵੀ ਇਹ ਚੀਜ਼ ਵੀ ਜ਼ਰੂਰੀ ਹੈ। ਇਹਦੇ ਉੱਤੇ ਵੀ ਮਨੀ ਜਿਹੜੀ ਕਿ ਗਵਰਨਮੈਂਟ ਨੂੰ, ਅਥੋਰਟੀ ਨੂੰ ਜਿਹੜੀ ਕਿ ਸਪੈਂਡ ਕਰਨੀ ਚਾਹੀਦੀ ਆ। ਤਾਂ ਹੁਣ ਮੈਂ ਇਹ ਕਿੱਦਾਂ ਜਿਹੜੀ ਕਿ ਇੰਟਰੋ ਕਿੱਦਾਂ ਲਿਖੀ ਹੈਗੀ, ਮੈਂ ਕਿਹਾ ਵੀ ਇਟ ਇਜ਼ ਅਸਰਟਡ ਦੈਟ, ਮਤਲਬ ਕਿ ਇਹ ਕਹਿੰਦਾ ਵੀ ਇਹ ਦੇਖਿਆ ਗਿਆ, ਇਹ ਮੰਨਿਆ ਗਿਆ ਵੀ ਜਿਹੜਾ ਅਥੋਰਟੀ ਕੀ ਕਰ ਸਕਦੀ ਆ, ਯੂਟੀਲਾਈਜ਼ ਯਾਨੀ ਕਿ ਸਪੈਂਡ ਹੀ ਕਰਨਾ ਹੁੰਦਾ ਮਨੀ ਔਨ ਐਜੂਕੇਸ਼ਨ ਸਿਸਟਮ ਐਂਡ ਹੈਲਥ ਸਰਵਿਸ। ਉੱਥੇ ਉਹਨਾਂ ਨੇ ਸਕੂਲ ਅਤੇ ਹੋਸਪੀਟਲ ਲਿਖੇ ਸੀ, ਅਤੇ ਮੈਂ ਸਕੂਲ ਨੂੰ ਇੱਥੇ ਐਜੂਕੇਸ਼ਨ ਸਿਸਟਮ ਲਿਖਤਾ ਨਾ। ਥੋੜ੍ਹਾ ਜਿਹਾ ਸੁਨੈਨਿਮ ਆਪਾਂ ਨੂੰ ਦਿਖਾਉਣਾ ਪਊਗਾ ਇਹਨਾਂ ਨੂੰ ਦੱਸ ਕੇ ਵੀ ਹਾਂ ਵੀ ਸਾਨੂੰ ਥੋੜ੍ਹੀ ਮੋਟੀ ਨੌਲੇਜ ਤਾਂ ਹੈਗੀ ਆ। ਐਂਡ ਹੈਲਥ ਸਰਵਿਸਿਜ਼, ਹੈ ਨਾ, ਇਨ ਐਫੀਸ਼ੀਐਂਟ ਵੇ, ਵੀ ਗਵਰਨਮੈਂਟ ਜਿਹੜੀ ਕਿ ਵਧੀਆ ਤਰੀਕੇ ਨਾਲ ਮਨੀ ਯੂਟੀਲਾਈਜ਼ ਕਰ ਸਕਦੀ ਹੈ ਆਪਦੀ ਹੈਲਥ ਅਤੇ ਜਿਹੜੀ ਕਿ ਆਪਣਾ ਜਿਹੜਾ ਕਿ ਹੈਗਾ ਗਾ ਐਜੂਕੇਸ਼ਨ ਸਿਸਟਮ ਆ, ਹੈ ਨਾ। ਰੈਦਰ ਦੈਨ ਔਨ ਸਪੇਸ ਪ੍ਰੋਜੈਕਟ, ਰੈਦਰ ਦੈਨ ਲਾ ਕੇ ਆਪਾਂ ਇਹ ਜਿਹੜਾ ਆਪਣਾ ਇੰਟਰੋ ਆ ਇਹਨੂੰ ਆਪਾਂ ਕੰਪਲੈਕਸ ਬਣਾ ਦਿੱਤਾ, ਹੈ ਨਾ। ਵੀ ਸਪੇਸ ਪ੍ਰੋਜੈਕਟ ਦੇ ਨਾਲੋਂ ਵਧੀਆ ਤਾਂ ਜਿਹੜਾ ਕਿ ਹੋਸਪੀਟਲ ਉੱਤੇ ਮਨੀ ਸਪੈਂਡ ਕਰ ਲੈਣ ਅਤੇ ਆਪਣੀ ਐਜੂਕੇਸ਼ਨ ਦੇ ਉੱਤੇ ਮਨੀ ਸਪੈਂਡ ਕਰ ਲੈਣ। ਅਤੇ ਅੱਗੇ ਮੇਰੀ ਤੀਸਰੀ ਲਾਈਨ ਕੀ ਆਈ ਆ, ਮੈਂ ਉਹਨਾਂ ਨੂੰ ਕਿਹਾ ਵੀ ਆਈ ਪਾਰਸ਼ਲੀ ਐਗਰੀ ਵਿਦ ਦਿਸ ਨੋਸ਼ਨ। ਮੈਂ ਉਹਨਾਂ ਨੂੰ ਕਿਹਾ ਵੀ ਮੈਂ ਪਾਰਸ਼ਲੀ ਜਾਣੀ ਕਿ ਅੱਧਾ, ਹੈ ਨਾ। ਤੁਹਾਨੂੰ ਮੈਂ ਸਮਝਾ ਹੀ ਚੁੱਕਿਆ ਵੀ ਪਾਰਸ਼ਲੀ ਦਾ ਮਤਲਬ ਕੀ ਹੁੰਦਾ ਵੀ ਸਪੇਸ ਵੀ ਜ਼ਰੂਰੀ ਹੈ ਅਤੇ ਨਾਲ ਦੀ ਨਾਲ ਤੁਹਾਡੀ ਹੈਲਥ ਅਤੇ ਐਜੂਕੇਸ਼ਨ ਵੀ ਜ਼ਰੂਰੀ ਆ। ਓਕੇ, ਇਨ ਅਪਕਮਿੰਗ ਪੈਰਾਗ੍ਰਾਫ ਆਈ ਵਿਲ ਐਕਸਪਲੇਨ ਮਾਈ ਵਿਊ ਪੁਆਇੰਟਸ। ਅਤੇ ਮੈਂ ਉਹਨਾਂ ਨੂੰ ਕਹਿਤਾ ਵੀ ਮੈਂ ਜਿਹੜਾ ਕਿ ਆਉਣ ਵਾਲੇ ਪੈਰਾਗ੍ਰਾਫ ਦੇ ਵਿੱਚ ਜਿਹੜਾ ਕਿ ਆਪਦਾ ਵਿਊ ਪੁਆਇੰਟ ਆ ਉਹ ਐਕਸਪਲੇਨ ਕਰੂੰਗਾ ਅਲੋਂਗ ਵਿਦ ਰੈਲੀਵੈਂਟ ਐਗਜ਼ਾਮਪਲ। ਤੁਸੀਂ ਨਾਲ ਇਹਦੇ ਇਹ ਜਿਹੜੀ ਕਿ ਛੋਟੀ ਜਿਹੀ ਲਾਈਨ ਆ ਉਹ ਵੀ ਐਡ ਕਰ ਸਕਦੇ ਹੋ। ਤਾਂ ਇਹ ਆਪਣੀ ਟਾਸਕ 2 ਦੀ ਇੰਟਰੋ ਹੋ ਗਈ ਕੰਪਲੀਟ। ਅਤੇ ਹੁਣ ਆਪਾਂ ਮੂਵ ਕਿੱਥੇ ਕਰਨਾ, ਹੁਣ ਆਪਾਂ ਮੂਵ ਕਰਨਾ ਜੀ ਆਪਣੇ BP ਦੇ ਉੱਤੇ। ਸਭ ਤੋਂ ਪਹਿਲਾਂ ਮੈਂ ਗੱਲ ਕਰੂੰਗਾ ਸਪੇਸ ਪ੍ਰੋਗਰਾਮਸ ਦੀ, ਹੈ ਨਾ। ਸਪੇਸ ਪ੍ਰੋਗਰਾਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਮਝਾ ਦੇਣਾ ਵੀ ਸਪੇਸ ਦੀ ਆਪਾਂ ਨੂੰ ਬੈਨੀਫਿਟ ਕੀ ਹੋ ਸਕਦੇ ਆ। ਫਾਰ ਐਗਜ਼ਾਮਪਲ ਜਿਹੜੀ ਕਿ ਆਪਾਂ ਅੱਜ ਇੰਟਰਨੈਟ ਦੀ ਫੈਸਿਲਿਟੀ ਯੂਜ਼ ਕਰ ਰਹੇ ਹਾਂ,
ਦਿਸ ਇਜ਼ ਓਨਲੀ ਪੋਸੀਬਲ ਡਿਊ ਟੂ ਦਾ ਰਿਸਰਚ ਔਨ ਸਪੇਸ, ਕਿਉਂਕਿ ਤੁਹਾਨੂੰ ਪਤਾ ਹੀ ਹੋਊਗਾ ਵੀ ਜਿਹੜਾ ਇੰਟਰਨੈਟ ਚੱਲ ਰਿਹਾ ਇਹ ਸਪੇਸ ਦੇ ਵਿੱਚ ਕੁਝ ਸੈਟੇਲਾਈਟਸ ਜਿਹੜੇ ਆਪਣੇ ਛੱਡੇ ਹੋਏ ਨੇ ਨਾ, ਸੈਟੇਲਾਈਟਸ ਦੀ ਤਰ੍ਹਾਂ ਦੇ ਹੈਲਪ ਦੇ ਨਾਲ ਹੀ ਆਪਣੇ ਕੋਲੇ ਜੋ ਵੀ ਇਹ ਟੈਲੀਕਾਮ ਕੰਪਨੀਜ਼ ਨੇ ਆਪਾਂ ਨੂੰ ਇੰਟਰਨੈਟ ਪ੍ਰੋਵਾਈਡ ਕਰਵਾ ਰਹੀਆਂ ਨੇ, 4G 3G 4G ਸਰਵਿਸ ਹੈ ਨਾ, ਜੋ ਵੀ ਆਪਾਂ ਗੱਲਬਾਤ ਕਰ ਰਹੇ ਹਾਂ। ਯਾਨੀ ਕਿ ਜੋ ਸਪੇਸ ਦੇ ਵਿੱਚ ਮਨੀ ਜਿਹੜਾ ਕਿ ਇਨਵੈਸਟ ਨਾ ਹੀ ਕਰਦੇ ਤਾਂ ਫਿਰ ਸੈਟੇਲਾਈਟ ਕਿੱਥੋਂ ਬਣਨੇ ਸੀ। ਜੇ ਹੁਣ ਸੈਟੇਲਾਈਟ ਨਾ ਬਣਦੇ ਤਾਂ ਉੱਥੇ ਜਾ ਕੇ ਫਿਰ ਆਪਾਂ ਜਿਹੜੀ ਕਿ ਇੰਟਰਨੈਟ ਦੀ ਫੈਸਿਲਿਟੀ ਕਿੱਦਾਂ ਯੂਜ਼ ਕਰ ਸਕਦੇ ਸੀ ਨਾ। ਇਹ ਹੋ ਗਈ ਪਹਿਲੀ ਚੀਜ਼ ਹੈ ਨਾ, ਇਹ ਪਹਿਲਾ ਪੁਆਇੰਟ ਹੋ ਜਾਊਗਾ। ਅਤੇ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਜਿਹੜੀ ਵੈਦਰ ਫੋਰਕਾਸਟਿੰਗ ਆ, ਜਿਹੜੀ ਕਿ ਆਪਾਂ ਨੂੰ ਮੌਸਮ ਦੀ ਪਹਿਲਾਂ ਜਾਣਕਾਰੀ ਮਿਲਦੀ ਹੈ, ਦਿਸ ਇਜ਼ ਓਨਲੀ ਪੋਸੀਬਲ ਡਿਊ ਟੂ ਆ ਸਪੇਸ ਰਿਸਰਚ, ਕਿਉਂਕਿ ਇਹ ਚੀਜ਼ਾਂ ਵੀ ਸਪੇਸ ਦੇ ਵਿੱਚ ਜੋ ਸੈਟੇਲਾਈਟਸ ਹੈਗੀਆਂ ਨੇ ਉਹਨਾਂ ਚੀਜ਼ਾਂ ਤੋਂ ਹੀ ਆਪਾਂ ਨੂੰ ਜਿਹੜੀ ਕਿ ਨੌਲੇਜ ਮਿਲਦੀ ਹੈ, ਸੈਟੇਲਾਈਟ ਇਮੇਜਸ ਮਿਲਦੀਆਂ ਨੇ ਆਪਾਂ ਨੂੰ ਹੈ ਨਾ, ਅਲਰਟ ਮਿਲਦੇ ਨੇ ਵੀ ਜਿਹੜਾ ਕੋਈ ਵੀ ਡਿਜ਼ਾਸਟਰ ਹੋਣ ਤੋਂ ਪਹਿਲਾਂ ਹੀ ਆਪਾਂ ਨੂੰ ਅਵੇਅਰ ਕੀਤਾ ਜਾਂਦਾ, ਹੈਵੀ ਰੇਨਫਾਲ ਤੋਂ ਪਹਿਲਾਂ ਅਵੇਅਰ ਕੀਤਾ ਜਾਂਦਾ। ਤਾਂ ਇਹ ਜਿਹੜੀ ਚੀਜ਼ ਪੋਸੀਬਲ ਆ ਇਹ ਓਨਲੀ ਪੋਸੀਬਲ ਹੋਈ ਆ ਸਪੇਸ ਦੇ ਵਿੱਚ ਰਿਸਰਚ ਕਰਕੇ ਹੈ ਨਾ। ਤਾਂ ਆਪਾਂ ਜਿਹੜਾ ਕਿ ਟੋਟਲੀ ਇਹਨੂੰ ਠੁਕਰਾ ਨਹੀਂ ਸਕਦੇ ਵੀ ਸਪੇਸ ਦੇ ਵਿੱਚ ਮਨੀ ਸਪੈਂਡ ਕਰਨੀ ਟੋਟਲੀ ਇੱਕ ਵਧੀਆ ਚੀਜ਼ ਨਹੀਂ ਹੈਗੀ ਹੈ ਨਾ। ਤਾਂ ਬਹੁਤ ਇਹਦੇ ਬੈਨੀਫਿਟ ਵੀ ਹੈਗੇ ਆਗੇ, ਤਾਂ ਇਹਦੇ ਕਰਕੇ ਆਪਾਂ ਤੁਹਾਨੂੰ ਕਹਿ ਰਹੇ ਹਾਂਗੇ ਵੀ ਇਹ ਚੀਜ਼ ਕਾਫੀ ਇੰਪੋਰਟੈਂਟ ਹੈ ਵੀ ਆਪਾਂ ਨੂੰ ਜਿਹੜੀ ਕਿ ਮਨੀ ਆ ਉਹ ਸਪੇਸ ਦੇ ਉੱਤੇ ਵੀ ਜਿਹੜੀ ਕਿ ਸਪੈਂਡ ਕਰਨੀ ਚਾਹੀਦੀ ਹੈ। ਹੁਣ ਇਹ ਜਿਹੜੇ ਦੋਨੇ ਪੁਆਇੰਟ ਨੇ ਇੰਟਰਨੈਟ ਅਤੇ ਵੈਦਰ ਫੋਰਕਾਸਟਿੰਗ ਵਾਲੇ, ਇਹ ਮੈਂ ਐਕਸਪਲੇਨ ਕਰੂੰਗਾ ਆਪਦੇ ਪਹਿਲੇ BP ਦੇ ਵਿੱਚ। ਮੈਂ ਕੀ ਲਿਖਿਆ, ਮੈਂ ਕਿਹਾ ਵੀ ਸਮ ਕ੍ਰਿਟੀਕਲ ਐਲੀਮੈਂਟਸ ਆਰ ਐਸੋਸੀਏਟਡ ਵਿਦ ਦਿਸ ਅਪਰੋਚ ਦੈਟ ਵਾਈ ਵਰਕਿੰਗ ਔਨ ਸਪੇਸ ਇਜ਼ ਮੈਂਡੇਟਰੀ। ਮੈਂ ਉਹਨਾਂ ਨੂੰ ਕਿਹਾ ਵੀ ਕੁਝ ਕੁ ਕਾਰਨ ਹੈਗੇ ਨੇ ਵੀ ਜਿਨ੍ਹਾਂ ਕਰਕੇ ਸਪੇਸ ਦੇ ਉੱਤੇ ਸਪੇਸ ਦੇ ਵਿੱਚ ਕੰਮ ਕਰਨਾ ਆਪਣੇ ਲਈ ਜ਼ਰੂਰੀ ਆ। ਅਤੇ ਇੱਕ ਪੁਆਇੰਟ ਹੋਰ ਵੀ ਆ ਸਕਦਾ ਸੀ ਵੀ ਜਿਹੜਾ ਕਿ ਜਿਹੜੇ ਆਪਣੇ ਸਾਇੰਟਿਸਟ ਨੇ ਉਹ ਮਤਲਬ ਕਿ ਲੱਭ ਰਿਹਾ ਵੀ ਹੋਰ ਕਿਸੇ ਪਲੈਨਟ ਦੇ ਉੱਤੇ ਲਾਈਫ ਪੋਸੀਬਲ ਹੈਗੀ ਆ, ਵੀ ਜੇ ਕਿਤੇ ਅਰਥ ਦੇ ਉੱਤੇ ਕੋਈ ਵੱਡਾ ਖਤਰਾ ਆ ਸਕਦਾ, ਥ੍ਰੈਟ ਆ ਸਕਦੀ ਹੈ ਤਾਂ ਅਸੀਂ ਉੱਧਰ ਨੂੰ ਮੂਵ ਕਰ ਜਾਈਏ ਹੈ ਨਾ। ਜਾਂ ਫਿਰ ਹੋਰ ਕਹਿ ਸਕਦੇ ਹਾਂ ਵੀ ਹੋਰ ਸਪੀਸੀਜ਼ ਕਿਤੇ ਹੈ ਨਾ ਵੀ ਆਪਣੀ ਸਪੇਸ ਦੇ ਵਿੱਚ ਜੋ ਵੀ ਗੈਸ ਯੂਨੀਵਰਸ ਦੇ ਵਿੱਚ ਹੈਗੀਆਂ ਨੇ ਜਾਂ ਨਹੀਂ, ਵੀ ਆਪਾਂ ਉਹਨਾਂ ਨਾਲ ਕੰਟੈਕਟ ਕਰ ਸਕੀਏ ਹੈ ਨਾ, ਉਹਨਾਂ ਨਾਲ ਕੀ ਪਤਾ ਉਹ ਆਪਣੇ ਤੋਂ ਅੱਗੇ ਹੋਣ ਹੈ ਨਾ, ਆਪਾਂ ਉਹਨਾਂ ਦੀ ਹੈਲਪ ਲੈ ਸਕੀਏ ਅੱਗੇ ਹੋਰ ਗਰੋ ਕਰਨ ਦੇ ਲਈ। ਇਹ ਪੁਆਇੰਟ ਵੀ ਐਕਸਪਲੇਨ ਕਰ ਸਕਦੇ ਸੀ ਪਰ ਆਪਾਂ ਨੂੰ ਇੰਨਾ ਜ਼ਰੂਰੀ ਨਹੀਂ ਲੱਗਿਆ ਕਿਉਂਕਿ ਆਪਣਾ 2 ਪੁਆਇੰਟ ਨਾਲ ਈਜ਼ਲੀ ਕੰਮ ਚੱਲ ਜਾਣਾ ਸੀ। ਅਤੇ ਮੈਂ ਫਸਟ ਐਂਡ ਫਾਰਮੋਸਟ ਦਾ ਕਨੈਕਟਰ ਲਾ ਦਿੱਤਾ। ਮੈਂ ਕਿਹਾ ਵੀ ਫਸਟ ਐਂਡ ਫਾਰਮੋਸਟ ਇਜ਼ ਦੈਟ ਵੀ ਇੰਡੀਵਿਜੂਅਲਸ ਆਰ ਯੂਜਿੰਗ ਦਾ ਇੰਟਰਨੈਟ ਐਟ ਐਨੀ ਲੋਕੇਸ਼ਨ ਆਫ ਦਾ ਵਰਲਡ। ਮੈਂ ਕਿਹਾ ਵੀ ਜਿਹੜੇ ਲੋਕ ਨੇ, ਇੰਡੀਵਿਜੂਅਲ ਕੀ ਹੁੰਦਾ, ਲੋਕ ਵੀ ਦੁਨੀਆ ਦੀ ਹਰ ਇੱਕ ਜਗ੍ਹਾ ਦੇ ਉੱਤੇ ਉਹ ਜਿਹੜਾ ਕਿ ਇੰਟਰਨੈਟ ਦੀ ਫੈਸਿਲਿਟੀ ਯੂਜ਼ ਕਰ ਰਹੇ ਆ, ਸਹੀ ਹੈ ਨਾ। ਵੀ ਦੈਟ ਇਜ਼ ਓਨਲੀ ਪੋਸੀਬਲ ਬਾਈ ਸਪੇਸ ਰਿਸਰਚ। ਇਹ ਓਨਲੀ ਸਪੇਸ ਰਿਸਰਚ ਦੇ ਕਰਕੇ ਹੀ ਇਹ ਪੋਸੀਬਲ ਹੋਇਆ, ਅਦਰਵਾਈਜ਼ ਇਹ ਪੋਸੀਬਲ ਨਹੀਂ ਸੀ। ਹੁਣ ਟੂ ਇਲੈਬੋਰੇਟ ਇਟ, ਟੈਲੀਕਾਮ ਕੰਪਨੀਜ਼, ਮੈਂ ਕਿਹਾ ਵੀ ਜਿਹੜੀਆਂ ਟੈਲੀਕਾਮ ਕੰਪਨੀਜ਼ ਨੇ ਪ੍ਰੋਵਾਈਡ ਬੈਸਟ ਇੰਟਰਨੈਟ ਸਰਵਿਸਿਜ਼, ਇਹ ਜਿਹੜੀਆਂ ਟੈਲੀਕਾਮ ਕੰਪਨੀ ਨੇ ਸਾਨੂੰ ਜਿਹੜੀ ਕਿ ਬੈਸਟ ਇੰਟਰਨੈਟ ਸਰਵਿਸਿਜ਼ ਪ੍ਰੋਵਾਈਡ ਕਰਵਾ ਰਹੀਆਂ ਨੇ ਵਿਦ ਦਾ ਹੈਲਪ ਆਫ ਸਪੇਸ ਸੈਟੇਲਾਈਟ। ਜਿਹੜੇ ਸਪੇਸ ਦੇ ਵਿੱਚ ਸੈਟੇਲਾਈਟ ਹੈਗੇ ਨੇ ਉਹਨਾਂ ਦੇ ਕਰਕੇ ਹੀ ਜਿਹੜਾ ਕਿ ਅਸੀਂ ਇੰਟਰਨੈਟ ਯੂਜ਼ ਕਰ ਪਾ ਰਹੇ ਹਾਂ। ਕਹਿੰਦਾ ਇਫ ਇੰਟਰਨੈਟ ਡਿਡ ਨਾਟ ਇਫ ਗਵਰਨਮੈਂਟ ਡਿਡ ਨਾਟ ਸਪੈਂਡ ਮਨੀ ਔਨ ਸਪੇਸ। ਮੈਂ ਕਿਹਾ ਵੀ ਜੇ ਗਵਰਨਮੈਂਟ ਡਿਡ ਨਾਟ ਦਾ ਮਤਲਬ ਆ ਕਿ ਪਾਸਟ, ਜੇ ਪਾਸਟ ਦੇ ਵਿੱਚ ਜਿਹੜੀ ਗਵਰਨਮੈਂਟ ਆ ਮਨੀ ਸਪੈਂਡ ਨਾ ਕਰਦੀ ਸਪੇਸ ਦੇ ਉੱਤੇ, ਦੈਨ ਪੀਪਲ ਕੈਨ ਨਾਟ ਇੰਜੋਏ ਦਾ ਸਰਵਿਸ ਆਫ ਇੰਟਰਨੈਟ। ਦਾ ਜਿਹੜੇ ਲੋਕ ਨੇ ਉਹ ਜੀ ਕਿ ਜਿਹੜਾ ਕਿ ਆਪਣੀ ਇੰਟਰਨੈਟ ਦੀ ਸਰਵਿਸ ਆ ਉਹ ਪ੍ਰੋਵਾਈਡ ਨਹੀਂ ਕਰ ਪਾ ਸਕਦੇ ਸੀ ਨਾ। ਮਤਲਬ ਕਿ ਅੱਜ ਆਪਾਂ ਇੰਟਰਨੈਟ ਯੂਜ਼ ਕਰ ਰਹੇ ਹਾਂ, ਜੇ ਪਿਛਲੀਆਂ ਸਰਕਾਰਾਂ ਨੇ, ਪਿਛਲੀਆਂ ਜੋ ਵੀ ਆਪਣੇ ਹੋਏ ਨੇ ਨਾ ਅਥੋਰਟੀਜ਼, ਉਹ ਸਪੇਸ ਦੇ ਉੱਤੇ ਧਿਆਨ ਨਾ ਦਿੰਦੇ, ਸਪੇਸ ਦੇ ਉੱਤੇ ਕੰਮ ਨਾ ਕਰਦੇ, ਤਾਂ ਸ਼ਾਇਦ ਆਪਾਂ ਅੱਜ ਜੋ ਪੜ੍ਹ ਵੀ ਰਹੇ ਹਾਂ ਔਨਲਾਈਨ ਹੈ ਨਾ, ਆਪਣਾ ਇੱਕ ਕੰਟੈਕਟ ਹੋਇਆ ਆ ਉਹ ਵੀ ਸ਼ਾਇਦ ਨਾ ਹੁੰਦਾ ਹੈ ਨਾ, ਕਿਉਂਕਿ ਫਿਰ ਆਪਾਂ ਇੱਕ ਦੂਜੇ ਨੂੰ ਜਾਣਦੇ ਹੀ ਨਹੀਂ ਹੋਣੇ ਸੀ। ਤਾਂ ਇਹ ਆਪਣਾ ਪਹਿਲਾ ਪੁਆਇੰਟ ਐਕਸਪਲੇਨ ਹੋ ਚੁੱਕਿਆ। ਉਸ ਤੋਂ ਬਾਅਦ ਜਿਹੜਾ ਸੈਕਿੰਡ ਪੁਆਇੰਟ ਆ ਉਹ ਕੀ ਆ, ਮੈਂ ਕਿਹਾ ਵੀ ਮੋਰ ਓਵਰ ਦਾ ਕਨੈਕਟਰ ਲਗਾ ਕੇ ਮੈਂ ਉਹਦਾ ਦੂਜਾ ਪੁਆਇੰਟ ਐਕਸਪਲੇਨ ਕਰਨ ਜਾ ਰਿਹਾ। ਮੈਂ ਉਹਨਾਂ ਨੂੰ ਕਹਿ ਰਿਹਾ ਜਿਹੜੀ ਵੈਦਰ ਫੋਰਕਾਸਟਿੰਗ ਇਜ਼ ਅਨਦਰ ਬੈਸਟ ਇਨਵੈਂਸ਼ਨ। ਮੈਂ ਕਿਹਾ ਵੀ ਇੱਕ ਜਿਹੜੀ ਵੈਦਰ ਫੋਰਕਾਸਟਿੰਗ ਆ ਇਹ ਇੱਕ ਹੋਰ ਵਧੀਆ ਇਨਵੈਂਸ਼ਨ ਆ, ਦੈਟ ਇਜ਼ ਆਲਸੋ ਵਰਕਿੰਗ ਫਰੋਮ ਸਪੇਸ। ਜਿਹੜੀ ਕਿ ਮਤਲਬ ਕਿ ਮਤਲਬ ਕਿ ਆਹ ਚੀਜ਼ ਵੀ ਜਿਹੜੀ ਕਿ ਸਪੇਸ ਦੇ ਉੱਤੋਂ ਹੀ ਕੰਮ ਕਰ ਰਹੀ ਆ। ਕਹਿੰਦਾ ਵੈਦਰ ਏਜੰਸੀ, ਜਿਹੜੀਆਂ ਵੈਦਰ ਏਜੰਸੀਜ਼ ਨੇ ਆਪਾਂ ਨੂੰ ਇਨਫੋਰਮੇਸ਼ਨ ਦਿੰਦੀਆਂ ਨੇ ਕਾਹਦੇ ਬਾਰੇ, ਕਮਿਊਨਿਟੀ ਨੂੰ, ਬਿਫੋਰ ਦਾ ਅਕਰੈਂਸ ਆਫ ਐਨੀ ਡਿਜ਼ਾਸਟਰ। ਕਾਹਦੇ ਬਾਰੇ ਇਨਫੋਰਮੇਸ਼ਨ ਦਿੰਦੀਆਂ ਨੇ ਵੀ ਕਿਸੇ ਡਿਜ਼ਾਸਟਰ ਦੇ ਹੋਣ ਤੋਂ ਪਹਿਲਾਂ ਹੀ ਉਹਨਾਂ ਬਾਰੇ ਆਪਾਂ ਨੂੰ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ ਵੀ ਹਾਂ ਵੀ ਇਹ ਡਿਜ਼ਾਸਟਰ ਆ ਸਕਦਾ ਅਤੇ ਜਿਹੜਾ ਕਿ ਕਾਫੀ ਮਤਲਬ ਕਿ ਇਹਦਾ ਇੰਪੈਕਟ ਆਪਣੀ ਲਾਈਫ ਦੇ ਉੱਤੇ ਪੈ ਸਕਦਾ। ਇਸ ਤਰੀਕੇ ਦੀ ਜਿਹੜੀ ਕਿ ਆਪਾਂ ਨੂੰ ਇਨਫੋਰਮੇਸ਼ਨ ਜਿਹੜੀ ਆਪਣੀਆਂ ਵੈਦਰ ਏਜੰਸੀਜ਼ ਨੇ ਆਪਾਂ ਨੂੰ ਪਹਿਲਾਂ ਹੀ ਦੇ ਦਿੰਦੀਆਂ ਨੇ ਹੈ ਨਾ। ਲਾਈਕ ਐਗਜ਼ਾਮਪਲ ਦੱਸਦੀ ਉਹਨਾਂ ਨੂੰ, ਜਿਵੇਂ ਕਿ ਹਾਈ ਰੇਨਫਾਲ ਹੋ ਗਿਆ, ਸੁਨਾਮੀ ਵਰਗੀਆਂ ਚੀਜ਼ਾਂ ਹੋ ਗਈਆਂ, ਸਾਈਕਲੋਨ ਹੋ ਗਿਆ ਨਾ, ਇਸ ਤਰੀਕੇ ਦੀ ਜਿਹੜੀ ਇਨਫੋਰਮੇਸ਼ਨ ਉਹ ਆਪਾਂ ਨੂੰ ਪਹਿਲਾਂ ਹੀ ਮਿਲ ਜਾਂਦੀ ਆ। ਦਿਸ ਇਜ਼ ਪੋਸੀਬਲ ਡਿਊ ਟੂ ਆ ਸਪੇਸ ਰਿਸਰਚ ਹੈ ਨਾ। ਅਤੇ ਮੈਂ ਤੁਹਾਨੂੰ ਕਹਿਣਾ ਹੁੰਦਾ ਵੀ ਐਗਜ਼ਾਮਪਲ ਐਡ ਕਰਨੀ ਜ਼ਰੂਰੀ ਆ। ਤਾਂ ਟੂ ਸਾਈਡ ਐਨ ਐਗਜ਼ਾਮਪਲ ਕਿੱਦਾਂ ਮੈਂ ਕਿਹਾ ਵੀ ਇੰਡੀਅਨ ਵੈਦਰ ਡਿਪਾਰਟਮੈਂਟ, ਜਿਹੜਾ ਇੰਡੀਆ ਦਾ ਵੈਦਰ ਡਿਪਾਰਟਮੈਂਟ ਆ, ਗੇਵ ਜਾਣੀ ਕਿ ਪਾਸਟ ਦੀ ਗੱਲ ਕਰ ਰਹੇ ਹਾਂ, ਵੀ ਗੇਵ ਅਲਰਟ ਟੂ ਅਥੋਰਟੀ ਅਤੇ ਪੀਪਲ ਨੂੰ ਇਹਨਾਂ ਨੇ ਅਲਰਟ ਦਿੱਤਾ ਸੀ ਕਾਹਦੇ ਬਾਰੇ, ਕੋਸਟਲ ਏਰੀਆ ਦੇ ਉੱਤੇ ਜਿਹੜੇ ਲੋਕ ਰਹਿੰਦੇ ਸੀ ਉਹਨਾਂ ਨੂੰ ਅਲਰਟ ਦਿੱਤਾ ਸੀ ਕਾਹਦੇ ਬਾਰੇ, ਅਬਾਊਟ ਸਾਈਕਲੋਨ ਮੋਚਾ ਨਾਮ ਦਾ ਇੱਕ ਸਾਈਕਲੋਨ ਆਇਆ ਸੀ ਪਿੱਛੇ ਜੇ ਵੀ ਹੈ ਨਾ। ਐਂਡ ਐਵਰੀਵਨ ਬਿਕੇਮ ਅਵੇਅਰ। ਤਾਂ ਇਸ ਅਲਰਟ ਤੋਂ ਬਾਅਦ ਸਾਰੇ ਜਿਹੜੇ ਕਿ ਅਵੇਅਰ ਹੋ ਗਏ ਸੀ ਹੈ ਨਾ। ਕਹਿੰਦਾ ਡਿਊ
ਟੂ ਦਿਸ देयर वाज ਓਨਲੀ 2 ਡੈਥਸ ਵਰ ਰਿਕਾਰਡਡ। ਕਹਿੰਦਾ ਇਹਦੇ ਕਰਕੇ ਉੱਥੇ ਜਿਹੜੀਆਂ ਓਨਲੀ 2 ਜਿਹੜੀਆਂ ਡੈਥ ਸੀ ਉਹੀ ਰਿਕਾਰਡਡ ਹੋਈਆਂ ਸੀ, ਬਹੁਤ ਘੱਟ ਮਤਲਬ ਕਿ ਨੁਕਸਾਨ ਹੋਇਆ ਸੀ। ਬਟ ਸਾਈਕਲੋਨ ਵਾਜ ਟੂ ਪਾਵਰਫੁਲ, ਮਤਲਬ ਕਿ ਜਿਹੜਾ ਸਾਈਕਲੋਨ ਸੀ ਉਹ ਬਹੁਤ ਪਾਵਰਫੁਲ ਸੀ, ਪਰ ਜਿਹੜੀਆਂ ਵੈਦਰ ਏਜੰਸੀਜ਼ ਨੇ ਉਹਨਾਂ ਨੂੰ ਸਪੇਸ ਵਿੱਚ ਜੋ ਵੀ ਉਹਨਾਂ ਦੇ ਸੈਟੇਲਾਈਟ ਹੈਗੇ ਨੇ ਉਹਨਾਂ ਕਰਕੇ ਉਹਨਾਂ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ ਵੀ ਕੋਈ ਮੋਚਾ ਨਾਂ ਦਾ ਜਿਹੜਾ ਸਾਈਕਲੋਨ ਆ। ਸਾਈਕਲੋਨ ਕੀ ਹੁੰਦਾ ਜਿਹੜਾ ਕਿ ਘੁੰਮ ਕੇ ਨਹੀਂ ਆਉਂਦਾ, ਚੱਕਰਵਾਤੀ ਤੂਫਾਨ ਜਿਹਾ ਹੁੰਦਾ, ਉਹਨੂੰ ਆਪਾਂ ਸਾਈਕਲੋਨ ਕਹਿ ਦਿੰਦੇ ਹੁੰਦੇ ਹਾਂ। ਵੀ ਉਹਦੀ ਇਨਫੋਰਮੇਸ਼ਨ ਉਹਨਾਂ ਨੇ ਦਿੱਤੀ ਸੀ ਕੋਸਟਲ ਏਰੀਆ ਵਾਲਿਆਂ ਨੂੰ, ਤਾਂ ਫਿਰ ਉਹਦੇ ਨਾਲ ਜਿਹੜਾ ਬੈਨੀਫਿਟ ਹੋਇਆ ਅਥਾਰਟੀ ਨੂੰ ਵੀ ਹੋਇਆ ਅਤੇ ਲੋਕਾਂ ਨੂੰ ਵੀ ਹੋਇਆ। ਕਾਫੀ ਜਿਹੜਾ ਜਾਨੀ ਨੁਕਸਾਨ ਆ ਉਹ ਨਹੀਂ ਹੋਇਆ ਹੈ ਨਾ। ਤਾਂ ਇਸ ਤਰੀਕੇ ਨਾਲ ਆਪਾਂ ਪਹਿਲਾ ਪੁਆਇੰਟ ਜਿਹੜਾ ਕਿ ਆਪਣਾ ਉਹ ਕਰ ਦਿੱਤਾ ਐਕਸਪਲੇਨ। ਹੁਣ ਤੇ ਆਪਾਂ ਮੂਵ ਕਦੋਂ ਕਰਾਂਗੇ? ਹੁਣ ਆਪਾਂ ਮੂਵ ਕਰਾਂਗੇ ਆਪਣੇ ਸੈਕੰਡ BP ਦੇ ਉੱਤੇ। ਸੈਕੰਡ BP ਦੇ ਵਿੱਚ ਆਪਾਂ ਉਹਨਾਂ ਨੂੰ ਇਹ ਦੱਸਣਾ ਵੀ ਹਾਂ ਵੀ ਜਿਹੜੀ ਕਿ ਹੈਲਥ ਹੋ ਗਈ, ਆਪਣੀ ਜਿਹੜੀ ਕਿ ਐਜੂਕੇਸ਼ਨ ਸਿਸਟਮ ਹੋ ਗਿਆ, ਦਿਸ ਇਜ਼ ਆਲਸੋ ਵੈਰੀ ਇੰਪੋਰਟੈਂਟ। ਮੈਂ ਉਹਨਾਂ ਨੂੰ ਦੱਸਣਾ ਵੀ ਹਾਂ ਵੀ ਇਹ ਵੀ ਜ਼ਰੂਰੀ ਆ, ਇਹਨਾਂ ਨੂੰ ਵੀ ਨਿਗਲੈਕਟ ਨਾ ਕਰੋ, ਇਹਦੇ ਉੱਤੇ ਵੀ ਮਨੀ ਤੁਹਾਨੂੰ ਜਿਹੜੀ ਕਿ ਸਪੈਂਡ ਕਰਨੀ ਪਊਗੀ। ਅਤੇ ਜਦੋਂ ਆਪਾਂ ਥੋੜ੍ਹਾ ਜਿਹਾ ਉਲਟ ਗੱਲ ਕਰਨੀ ਹੋਵੇ ਨਾ, ਉੱਥੇ ਆਪਾਂ ਔਨ ਦੀ ਅਦਰ ਹੈਂਡ ਦਾ ਕਨੈਕਟਰ ਲਗਾ ਸਕਦੇ ਹਾਂਗੇ। ਕਹਿੰਦਾ ਪ੍ਰੋਵਾਈਡ ਸਫੀਸ਼ੀਐਂਟ ਫੰਡਸ ਟੂ ਇੰਪਰੂਵ ਐਜੂਕੇਸ਼ਨ ਐਂਡ ਹੈਲਥ ਸਰਵਿਸਿਜ਼ ਇਜ਼ ਆਲਸੋ ਕ੍ਰੂਸ਼ੀਅਲ। ਮੈਂ ਉਹਨਾਂ ਨੂੰ ਕਿਹਾ ਵੀ ਜਿਹੜਾ ਸਫੀਸ਼ੀਐਂਟ ਯਾਨੀ ਕਿ ਜਿੰਨੇ ਬਣਦੇ ਜਿਹੜੇ ਕਿ ਫੰਡ ਨੇ ਉਹ ਵੀ ਪ੍ਰੋਵਾਈਡ ਕਰਨੇ ਪੈਣਗੇ ਗਵਰਨਮੈਂਟ ਨੂੰ, ਕਿਹਨਾਂ ਨੂੰ? ਹੈਲਥ ਅਤੇ ਐਜੂਕੇਸ਼ਨ ਸਿਸਟਮ ਵਾਲਿਆਂ ਨੂੰ, ਹੈ ਨਾ। ਕਹਿੰਦਾ ਫਸਟਲੀ ਇਫ ਦਾ ਕੰਡੀਸ਼ਨ ਆਫ ਸਕੂਲਸ ਐਂਡ ਐਜੂਕੇਸ਼ਨ ਇਜ਼ ਬੈਸਟ। ਮੈਂ ਕਿਹਾ ਵੀ ਜੇ ਹਾਲਾਤ ਹੋਣਗੇ ਸਕੂਲਾਂ ਦੇ ਐਜੂਕੇਸ਼ਨ ਦੇ ਵਧੀਆ ਹੋਣਗੇ, ਦੈਨ ਚਿਲਡਰਨ ਕੈਨ ਟੇਕ ਬੈਨੀਫਿਟ ਫਰੋਮ ਇਟ। ਜਿਹੜੇ ਚਿਲਡਰਨ ਨੇ ਉਹ ਇਹ ਤੋਂ ਬੈਨੀਫਿਟ ਲੈ ਸਕਦੇ ਆ, ਹੈ ਨਾ। ਐਂਡ ਦੇ ਕੈਨ ਬਿਕਮ ਸਕਸੈਸਫੁਲ ਇਨ ਦੇਅਰ ਲਾਈਫ। ਤਾਂ ਉਹ ਆਪਦੀ ਜ਼ਿੰਦਗੀ ਦੇ ਵਿੱਚ ਸਕਸੈਸਫੁਲ ਵੀ ਹੋ ਸਕਦੇ ਨੇ। ਜੇ ਉਹਨਾਂ ਦੀ ਐਜੂਕੇਸ਼ਨ ਵਧੀਆ ਹੋਊਗੀ ਤਾਂ ਚਾਂਸਸ ਜ਼ਿਆਦਾ ਹੋਣਗੇ ਵੀ ਉਹਦੀ ਜ਼ਿੰਦਗੀ ਵਿੱਚ ਸਕਸੈਸਫੁਲ ਬਣਨਗੇ, ਹੈ ਨਾ। ਉਸ ਤੋਂ ਬਾਅਦ ਜੇ ਗੱਲ ਕਰੀਏ, ਕਹਿੰਦਾ ਇਫ ਚਿਲਡਰਨ ਆਰ ਵੈਲ ਮਤਲਬ ਕਿ ਆਰ ਲੈਣ ਰਹਿ ਗਈ, ਕਹਿੰਦਾ ਬਿਕੋਜ਼ ਇਟ ਇਜ਼ ਟਰੂ। ਕਹਿੰਦਾ ਇਹ ਸਹੀ ਆ, ਕਹਿੰਦਾ ਚਿਲਡਰਨ ਆਰ ਫਿਊਚਰ ਆਫ ਅ ਕੰਟਰੀ। ਤਾਂ ਇਹ ਚੀਜ਼ ਸਹੀ ਆ ਵੀ ਜਿਹੜੇ ਬੱਚੇ ਹੁੰਦੇ ਨੇ ਉਹ ਦੇਸ਼ ਦਾ ਭਵਿੱਖ ਹੁੰਦੇ ਨੇ, ਹੈ ਨਾ। ਕਹਿੰਦਾ ਇਫ ਚਿਲਡਰਨ ਆਰ ਵੈਲ ਐਜੂਕੇਟਡ, ਮੈਂ ਕਿਹਾ ਵੀ ਜੇ ਚਿਲਡਰਨ ਵੈਲ ਐਜੂਕੇਟਡ ਹੋਣਗੇ, ਉਹਨਾਂ ਦੀ ਐਜੂਕੇਸ਼ਨ ਵਧੀਆ ਹੋਊਗੀ, ਨੇਸ਼ਨ ਕੈਨ ਗਰੋ। ਇੱਥੇ ਕੌਮਾ ਲੱਗਿਆ ਹੋਇਆ ਅਤੇ ਕੌਮਾ ਤੁਹਾਨੂੰ ਪਤਾ ਵੀ ਦੈਨ ਦਾ ਕੰਮ ਕਰ ਜਾਂਦਾ ਹੁੰਦਾ ਵੀ ਨੇਸ਼ਨ ਕੈਨ ਗਰੋ ਆਟੋਮੈਟਿਕਲੀ। ਜਿਹੜਾ ਦੇਸ਼ ਹੈਗਾ, ਇੱਕ ਕੰਟਰੀ ਆ, ਉਹ ਆਟੋਮੈਟਿਕਲੀ ਗਰੋ ਕਰੂਗੀ ਜੇ ਉੱਥੋਂ ਦਾ ਜਿਹੜਾ ਕਿ ਯੂਥ ਆ ਉਹ ਐਜੂਕੇਟਡ ਹੋਊਗਾ, ਹੈ ਨਾ। ਅਤੇ 3 ਪੁਆਇੰਟ ਐਕਸਪਲੇਨ ਹੋ ਚੁੱਕੇ ਨੇ ਅਤੇ ਆਪਾਂ ਚੌਥੇ ਪੁਆਇੰਟ ਵੱਲ ਜਿਹੜਾ ਕਿ ਮੂਵ ਕਰ ਦਿਆਂਗੇ। ਚੌਥਾ ਪੁਆਇੰਟ ਕੀ ਆ ਵੀ ਇਨ ਐਡੀਸ਼ਨ ਦੇ ਵਿੱਚ ਕੀ ਆ, ਉਹਨਾਂ ਦੀ ਰੋਲ ਆਫ ਬੈਟਰ ਹੈਲਥ ਕੇਅਰ ਸਿਸਟਮ ਇਜ਼ ਅਨ ਕੰਟਰੀ। ਕੀ ਲਿਖਿਆ ਮੈਂ? ਦੀ ਰੋਲ ਆਫ ਬੈਟਰ ਹੈਲਥ ਕੇਅਰ ਸਿਸਟਮ, ਮਤਲਬ ਕਿ ਜਿਹੜਾ ਕਿ ਬੈਟਰ ਹੈਲਥ ਕੇਅਰ ਸਿਸਟਮ ਦਾ ਰੋਲ ਆ ਕਾਹਦੇ ਵਿੱਚ? ਇਨ ਕੰਟਰੀਜ਼ ਗਰੋਥ, ਕੰਟਰੀ ਦੀ ਗਰੋਥ ਦੇ ਵਿੱਚ ਕੈਨ ਨਾਟ ਬੀ ਸਾਈਡ ਲਾਈਨ, ਵੀ ਉਹਨੂੰ ਸਾਈਡ 'ਤੇ ਨਹੀਂ ਕੀਤਾ ਜਾ ਸਕਦਾ, ਹੈ ਨਾ। ਹੁਣ ਬਿਕੋਜ਼ ਲਾ ਕੇ ਮੈਂ ਇੱਕ ਪਹਿਲਾਂ ਇਹਨੂੰ ਬਣਾ ਦਿੱਤਾ ਕੰਪਲੈਕਸ ਸੈਂਟੈਂਸ। ਮੈਂ ਕਿਹਾ ਵੀ ਇਫ ਸਿਟੀਜ਼ਨਸ ਆਰ ਸਫਰਿੰਗ ਫਰੋਮ ਡਿਸੀਜ਼ਸ, ਮੈਂ ਕਿਹਾ ਵੀ ਜਿਹੜੇ ਸਿਟੀਜ਼ਨ ਨੇ ਉਹ ਜਿਹੜਾ ਕਿ ਸਫਰ ਕਰਨਗੇ ਬਿਮਾਰੀਆਂ ਤੋਂ, ਦੈਨ ਐਂਡ ਬੈਟਰ ਕਿਉਰ ਇਜ਼ ਨਾਟ ਅਵੇਲੇਬਲ। ਜੇ ਉਹਨਾਂ ਨੂੰ ਕਿਉਰ ਕੀ ਹੁੰਦੀ ਆ? ਇਲਾਜ। ਵੀ ਜਿਹਨਾਂ ਕੋਲ ਬੈਟਰ ਇਲਾਜ ਅਵੇਲੇਬਲ ਨਹੀਂ ਹੋਊਗਾ, ਦੈਨ ਇਟ ਇਜ਼ ਅ ਨੈਗੇਟਿਵ ਥਿੰਗ ਫਾਰ ਕੰਟਰੀਜ਼ ਇਕੋਨਮੀ। ਤਾਂ ਇੱਕ ਟੋਟਲੀ ਨੈਗੇਟਿਵ ਥਿੰਗ ਹੋਊਗੀ ਕੰਟਰੀ ਦੀ ਇਕੋਨਮੀ ਦੇ ਲਈ। ਅਤੇ ਇੱਥੇ ਇਹ ਚੀਜ਼ ਨੂੰ ਮੈਂ ਜਿਹੜੀ ਕਿ ਇੱਕ ਐਗਜ਼ਾਮਪਲ ਦੇ ਕੇ ਸਮਝਾ ਰਿਹਾ। ਮੈਂ ਉਹਨਾਂ ਨੂੰ ਕਿਹਾ ਵੀ ਫਾਰ ਇੰਸਟੈਂਸ ਦੀ ਹੈਲਥ ਸਿਸਟਮ ਆਫ, ਇੱਥੇ ਐਲ ਮਿਸਿੰਗ ਆ, ਦੀ ਹੈਲਥ ਸਿਸਟਮ ਆਫ ਨਾਈਜੀਰੀਆ ਇਜ਼ ਨਾਟ ਵੈਰੀ ਗੁੱਡ। ਮੈਂ ਉਹਨਾਂ ਨੂੰ ਕਿਹਾ ਜਿਹੜਾ ਨਾਈਜੀਰੀਆ ਦਾ ਜਿਹੜਾ ਹੈਲਥ ਸਿਸਟਮ ਆ ਉਹ ਬਹੁਤਾ ਚੰਗਾ ਨਹੀਂ ਹੈਗਾ। ਐਂਡ ਪੀਪਲ ਫਰੋਮ ਨਾਈਜੀਰੀਆ ਆਰ ਸਫਰਿੰਗ ਫਰੋਮ ਲੋਟ ਆਫ ਡਿਸੀਜ਼ਸ। ਇੱਥੇ ਲੋਟ ਆਫ ਡਿਸੀਜ਼ ਦੀ ਜਗ੍ਹਾ 'ਤੇ ਤੁਸੀਂ ਕੋਈ ਪਰਟੀਕੂਲਰ ਡਿਸੀਜ਼ ਦਾ ਨਾਮ ਵੀ ਲਿਖ ਸਕਦੇ ਸੀ, ਹੈ ਨਾ। ਕੋਈ ਕੈਂਸਰ ਹੋ ਗਿਆ, ਕੋਈ ਹੋਰ ਜੋ ਵੀ ਬਿਮਾਰੀ ਹੁੰਦੀ ਹੈ, ਇਨਫਲੂਐਂਜਾ, ਜੋ ਵੀ ਵਾਇਰਸ ਵੂਰਸ, ਤੁਸੀਂ ਇੱਥੇ ਸਪੈਸੀਫਿਕ ਕਿਸੇ ਡਿਸੀਜ਼ ਦਾ ਨਾਮ ਵੀ ਲਿਖ ਸਕਦੇ ਸੀ। ਤਾਂ ਡਿਊ ਟੂ ਦਿਸ ਕਹਿੰਦਾ ਵਰਕਰਸ ਆਰ ਨਾਟ ਅਵੇਲੇਬਲ ਟੂ ਡੂ ਵਰਕ। ਹੁਣ ਜਦੋਂ ਸਾਰੇ ਬਿਮਾਰ ਉੱਥੇ ਪਏ ਨੇ, ਉਹਨਾਂ ਦਾ ਇਲਾਜ ਨਹੀਂ ਹੋ ਰਿਹਾ, ਤਾਂ ਜਿਹੜਾ ਕਿ ਵਰਕਰ ਨੇ ਉਹ ਅਵੇਲੇਬਲ ਨਹੀਂ ਹੈਗੇ ਕੰਮ ਕਰਨ ਦੇ ਲਈ, ਹੈ ਨਾ। ਤਾਂ ਇਨਫਲੇਸ਼ਨ ਵੀ ਇਨਕਰੀਜ਼ ਹੋ ਰਹੀ ਆ ਕਿਉਂਕਿ ਕੰਮ ਕਰਨ ਵਾਲਾ ਨਹੀਂ ਕੋਈ ਹੈਗਾ, ਹੈ ਨਾ। ਤਾਂ ਇਹਦੇ ਕਰਕੇ ਜਿਹੜੀ ਇਨਫਲੇਸ਼ਨ ਆ ਉਹ ਵੀ ਕਾਫੀ ਇਨਕਰੀਜ਼ ਹੋ ਰਹੀ ਆ ਫਾਸਟਰ ਰੇਟ ਦੇ ਉੱਤੇ। ਅਤੇ ਇਹ ਜਿਹੜੀ ਕਿ ਇਹ ਚੀਜ਼ ਇਕੋਨਮੀ ਦੇ ਲਈ ਟੋਟਲੀ ਇੱਕ ਨੈਗੇਟਿਵ ਇੰਪੈਕਟ ਆ। ਤਾਂ ਇਸ ਚੀਜ਼ਾਂ ਦੇ ਨਾਲ ਆਪਾਂ ਜਿਹੜਾ ਕਿ ਆਪਣਾ ਆਹ ਟਾਸਕ 2 ਆ ਉਹਨੂੰ ਐਕਸਪਲੇਨ ਕਰਤਾ ਬਹੁਤ ਹੀ ਸੌਖੇ ਤਰੀਕੇ ਦੇ ਨਾਲ। ਇਨ ਕਨਕਲੂਜਨ ਦੀ ਗੱਲ ਕਰੀਏ, ਕਹਿੰਦਾ ਕਨਕਲੂਜਨ ਜਿਵੇਂ ਕਿ ਤੁਹਾਨੂੰ ਪਤਾ ਵੀ ਮੈਂ ਹਰ ਵਾਰ ਆਲਦੋ ਦਾ ਯੂਜ਼ ਕਰਕੇ ਹੀ ਕਨਕਲੂਜਨ ਲਿਖਦਾ ਹੁੰਦਾ। ਵੀ ਕਨਕਲੂਜਨ ਦੇ ਵਿੱਚ ਮੈਂ ਕੀ ਕਿਹਾ ਵੀ ਆਲਦੋ, ਮੈਂ ਉਹਨਾਂ ਨੂੰ ਕਿਹਾ ਕਿ ਭਾਵੇਂ ਕਿ ਨੀਡਸ ਟੂ ਸਪੈਂਡ ਮਨੀ ਔਨ ਹੈਲਥ ਐਂਡ ਐਜੂਕੇਸ਼ਨ। ਇਹ ਥੋੜ੍ਹਾ ਜਿਹਾ ਲਾਈਨ ਮਤਲਬ ਕਿ ਮੈਂ ਪੂਰੀ ਲਿਖਣਾ ਭੁੱਲ ਗਿਆ, ਤਾਂ ਮੈਂ ਦੇਖਦਾ ਵੀ ਕੀ ਆਊਗਾ। ਨੀਡਸ ਟੂ ਸਪੈਂਡ ਮਨੀ ਔਨ ਹੈਲਥ ਐਂਡ ਐਜੂਕੇਸ਼ਨ, ਇੱਥੇ ਆਉਣਾ ਸੀ ਬਸ ਗਵਰਨਮੈਂਟ ਆਉਣਾ ਸੀ, ਗਵਰਨਮੈਂਟਸ। ਇਨ ਕਨਕਲੂਜਨ ਆਲਦੋ ਗਵਰਨਮੈਂਟ ਨੀਡਸ ਟੂ ਸਪੈਂਡ ਮਨੀ ਔਨ ਹੈਲਥ ਐਂਡ ਐਜੂਕੇਸ਼ਨ, ਬਟ ਦ ਸਿਗਨੀਫਿਕੈਂਸ ਆਫ ਯੂਟੀਲਾਈਜ਼ਿੰਗ ਮਨੀ ਔਨ ਸਪੇਸ ਪ੍ਰੋਗਰਾਮਸ ਕੈਨ ਨਾਟ ਬੀ ਨਿਗਲੈਕਟਡ। ਮੈਂ ਕਿਹਾ ਵੀ ਗਵਰਨਮੈਂਟ ਨੂੰ ਜਿਹੜੀ ਮਨੀ ਸਪੈਂਡ ਕਰਨੀ ਚਾਹੀਦੀ ਹੈ ਉਹ ਕਿਹਨਾਂ ਦੇ ਉੱਤੇ? ਭਾਵੇਂ ਕਿ ਜਿਹੜਾ ਕਿ ਆਪਣਾ ਹੈਲਥ ਹੋ ਗਈ, ਜਿਹੜੀ ਕਿ ਆਪਣਾ ਐਜੂਕੇਸ਼ਨ ਸਿਸਟਮ ਹੋ ਗਿਆ, ਵੀ ਇਹਨਾਂ ਉੱਤੇ ਮਨੀ ਸਪੈਂਡ ਕਰਨੀ ਚਾਹੀਦੀ ਹੈ, ਠੀਕ ਹੈ। ਪਰ ਬਟ ਦਾ ਮਤਲਬ ਕੀ ਹੁੰਦਾ? ਪਰੰਤੂ, ਹੈ ਨਾ।
ਸਿਗਨੀਫੀਕੈਂਸ ਕੀ ਹੋ ਗਿਆ, ਮਹੱਤਤਾ। ਵੀ ਜਿਹੜੀ ਮਹੱਤਤਾ ਗੀ, ਜਿਹੜੀ ਇੰਪੋਰਟੈਂਸ ਆ ਸਪੇਸ ਦੇ ਉੱਤੇ ਕੰਮ ਕਰਨ ਦੀ, ਸਪੇਸ ਦੇ ਉੱਤੇ ਮਨੀ ਸਪੈਂਡ ਕਰਨ ਦੀ, ਉਹਨੂੰ ਵੀ ਆਪਾਂ ਨਿਗਲੈਕਟ ਨਹੀਂ ਕਰ ਸਕਦੇ ਹੈ ਨਾ। ਤਾਂ ਦਿਸ ਇਜ਼ ਦਾ ਸਿੰਪਲ ਜਿਹੜਾ ਕਿ ਤੁਹਾਡਾ ਕਨਕਲੂਜਨ। ਇਸ ਤਰੀਕੇ ਨਾਲ ਤੁਸੀਂ ਟਾਸਕ 2 ਐਕਸਪਲੇਨ ਕਰਨਾ। ਟੂ ਬੀ ਵੈਰੀ ਹੋਨੈਸਟ ਰਾਈਟਿੰਗ ਬਹੁਤ ਹੀ ਜ਼ਿਆਦਾ ਸੌਖੀ ਆ, ਰਾਈਟਿੰਗ ਦੇ ਵਿੱਚ ਕੁਝ ਨਹੀਂ ਹੁੰਦਾ। ਟਾਸਕ 1 ਬਹੁਤ ਹੀ ਜ਼ਿਆਦਾ ਸਿੰਪਲ ਹੈ। ਟਾਸਕ 2 ਦੇ ਵਿੱਚ ਤੁਹਾਨੂੰ ਥੋੜ੍ਹੀ ਜਿਹੀ ਐਕਸਪਲੇਨੇਸ਼ਨ ਕਰਨੀ ਆਉਣੀ ਚਾਹੀਦੀ ਆ। ਈਜ਼ਲੀ ਤੁਸੀਂ 6 ਬੈਂਡ ਤੱਕ ਤਾਂ ਪਹੁੰਚ ਹੀ ਸਕਦੇ ਹੋ। ਪਰ ਜਿਹੜਾ ਕਿ ਆਪਣਾ ਸਟੂਡੈਂਟ ਆ, ਆਪਣਾ ਸਾਰਿਆਂ ਦਾ ਟਾਰਗੇਟ, ਜੇ ਤੁਸੀਂ ਮੇਰੇ ਤੋਂ ਕਲਾਸ ਲੈ ਰਹੇ ਹੋ ਤਾਂ ਮੇਰਾ ਟਾਰਗੇਟ ਇਹੀ ਹੈ ਵੀ ਤੁਹਾਡੇ ਸਾਰਿਆਂ ਦੇ ਬੈਂਡ ਹੈ ਨਾ 6 ਐਂਡ 5 ਤਾਂ ਐਟਲੀਸਟ ਆਉਣੇ ਚਾਹੀਦੇ ਆ। ਕਿਉਂਕਿ ਜੋ ਸਟਰਕਚਰ ਤੁਹਾਨੂੰ ਫੋਲੋ ਕਰਵਾਈ ਜਾ ਰਹੀ ਆ ਉਹ ਨਾ ਤਾਂ ਬਹੁਤ ਹੀ ਜ਼ਿਆਦਾ ਕੰਪਲੈਕਸ ਸਟਰਕਚਰ ਆ ਅਤੇ ਨਾ ਹੀ ਬਹੁਤ ਜ਼ਿਆਦਾ ਉਹ ਸਿੰਪਲ ਸਟਰਕਚਰ ਆ, ਹੈ ਨਾ। ਸਿੰਪਲ ਤਾਂ ਹੈਗੀ ਆ, ਆਪਾਂ ਸਿੰਪਲ ਹੀ ਲਿਖਦੇ ਹੁੰਦੇ ਹਾਂ। ਮਤਲਬ ਕਿ ਜੇ ਇਸ ਸਟਰਕਚਰ ਨੂੰ ਯੂਜ਼ ਕਰਕੇ ਮੈਂ ਸਕੋਰ ਕਰ ਸਕਦਾ 6 ਐਂਡ 5 ਰਾਈਟਿੰਗ ਦੇ ਵਿੱਚ, ਤਾਂ ਫਿਰ ਤੁਸੀਂ ਕਿਉਂ ਨਹੀਂ ਕਰ ਸਕਦੇ? ਤੁਸੀਂ ਮੇਰੇ ਤੋਂ ਜ਼ਿਆਦਾ ਵੀ ਕਰ ਸਕਦੇ ਹੋ। ਅਤੇ ਤੁਹਾਡੇ ਵਿੱਚ ਕੁਝ ਬੱਚੇ ਇੱਦਾਂ ਦੇ ਵੀ ਹੋਣਗੇ ਜਿਨ੍ਹਾਂ ਕੋਲ ਵਕੈਬ ਮੇਰੇ ਨਾਲੋਂ ਵਧੀਆ ਹੋਊਗੀ, ਮੇਰੇ ਕੋਲ ਵਕੈਬ ਵੀ ਨਹੀਂ ਹੁੰਦੀ ਸੀ, ਹੈ ਨਾ। ਤਾਂ ਫਿਰ ਕਿੱਦਾਂ ਆਪਾਂ ਕਹਿ ਸਕਦੇ ਹਾਂ ਵੀ ਤੁਸੀਂ ਸਕੋਰ ਨਹੀਂ ਕਰ ਸਕਦੇ? ਪਰ ਕੰਮ ਕਰਨਾ ਤੁਹਾਨੂੰ ਜਿਹੜਾ ਕਿ ਥੋੜ੍ਹੀ ਜਿਹੀ ਇਲੈਬੋਰੇਸ਼ਨ ਆਉਣੀ ਚਾਹੀਦੀ, ਜਿਹੜੀ ਕਿ ਆਪਾਂ ਹਰ ਰੋਜ਼ ਤੁਹਾਨੂੰ ਟਾਸਕ ਪੜ੍ਹਾਉਣੇ ਹੈਗੇ, ਹੈ ਨਾ। ਤਾਂ ਇਹੀ ਚੀਜ਼ ਤੁਹਾਡੀ ਹੈਲਪ ਕਰੂਗੀ ਇਲੈਬੋਰੇਸ਼ਨ ਨੂੰ ਇੰਪਰੂਵ ਕਰਨ ਦੀ। ਓਕੇ, ਤਾਂ ਹੁਣ ਜਿਵੇਂ ਕਿ ਮੈਂ ਸਟਾਰਟਿੰਗ ਦੇ ਵਿੱਚ ਤੁਹਾਨੂੰ ਦੱਸਿਆ ਸੀ ਵੀ ਮੈਂ ਕੁਝ ਕੁ ਗੱਲਾਂ ਤੁਹਾਨੂੰ ਹੋਰ ਵੀ ਦੱਸਣੀਆਂ ਨੇ ਟਾਸਕ 1 ਦੇ ਰਿਲੇਟਡ, ਹੈ ਨਾ। ਟਾਸਕ 1 ਦੇ ਰਿਲੇਟਡ ਜਿਵੇਂ ਕਿ ਆਪਾਂ ਡੇਟ ਐਂਡ ਟਾਈਮ ਸ਼ੋ ਕਰਦੇ ਹਾਂ, ਟਾਈਮ ਦੇ ਮੂਹਰੇ ਹਮੇਸ਼ਾ ਐਟ ਪਊਗਾ। ਉਸ ਤੋਂ ਬਾਅਦ ਜਿਵੇਂ ਕਿ ਜੇ ਆਪਣਾ ਲਾਈਨ ਆ ਗਈ, ਹੈ ਨਾ, ਲਾਈਨ ਦੇ ਵਿੱਚ ਇੱਥੋਂ 2001 ਹੈਗਾ, ਇੱਥੇ 2010 ਹੈਗਾ, ਇਹਦੇ ਵਿੱਚ ਈਅਰ ਪੈ ਨੇ, ਹੈ ਨਾ। ਤਾਂ ਇੱਥੇ ਆਪਾਂ ਲਿਖ ਸਕਦੇ ਹਾਂ ਫਰੋਮ 2001 ਟੂ 2010। ਹੁਣ ਜੇ 2 ਪਾਈ ਚਾਰਟ ਆ ਗਏ, ਇਹਦੇ ਵਿੱਚ 2001 ਦਾ ਡਾਟਾ, ਇਹਦੇ ਵਿੱਚ 2010 ਦਾ ਡਾਟਾ। ਹੁਣ ਆਪਾਂ ਇਹਨੂੰ ਇੱਦਾਂ ਥੋੜ੍ਹਾ ਲਿਖ ਦਾਂਗੇ ਫਰੋਮ 2001 ਟੂ 2010। ਪਰ ਜਿਹੜਾ ਫਰੋਮ ਤੋਂ ਲੈ ਕੇ ਮਤਲਬ ਕਿ 2001 ਤੋਂ ਲੈ ਕੇ 2010, ਪਰ ਵਿਚਲੇ ਡਾਟਾ ਤਾਂ ਆਪਣੇ ਕੋਲ ਹੈ ਹੀ ਨਹੀਂ, ਤਾਂ ਉਹਨੂੰ ਆਪਾਂ ਫਰੋਮ ਟੂ ਕਿੱਦਾਂ ਲਿਖ ਸਕਦੇ ਹਾਂ, ਹੈ ਨਾ। ਤਾਂ ਇਹਦੇ ਕਰਕੇ ਤੁਸੀਂ ਇਹਨੂੰ ਮਤਲਬ ਕਿ ਜਿਹੜਾ ਕਿ ਬਿਟਵੀਨ ਜਿਹੜਾ ਫਰੋਮ ਵਾਲਾ ਗਾ ਉਹਨੂੰ ਤਾਂ ਬਿਟਵੀਨ ਲਿਖ ਸਕਦੇ ਹੋ ਵੀ ਜੇ ਪਾਈ ਚਾਰਟ ਦੇ ਵਿੱਚ ਇੱਥੋਂ 2001 ਆ, ਇੱਥੇ 2010 ਆ, ਇਹਨੂੰ ਤੁਸੀਂ ਲਿਖ ਸਕਦੇ ਹੋ ਬਿਟਵੀਨ 2001 ਟੂ ਬਿਟਵੀਨ 2001 ਐਂਡ 2010, ਇਹਨੂੰ ਤੁਸੀਂ ਬਿਟਵੀਨ ਲਿਖ ਸਕਦੇ ਹੋ। ਪਰ ਜੇ 2 ਡਿਸਟਿੰਕਟ ਈਅਰ ਨੇ ਉਹਨੂੰ ਬਿਟਵੀਨ ਵੀ ਨਹੀਂ ਲੱਗ ਸਕਦਾ ਉਹਦੇ ਉੱਤੇ ਤੁਹਾਡਾ ਜਿਹੜਾ ਕਿ ਫਰੋਮ ਵੀ ਨਹੀਂ ਲੱਗ ਸਕਦਾ, ਉੱਥੇ ਤੁਹਾਡਾ ਕੀ ਕੰਮ ਕਰੂਗਾ, ਐਂਡ ਹੀ ਕੰਮ ਕਰੂਗਾ। ਉਸ ਤੋਂ ਬਾਅਦ ਕੀ ਆ, ਡੂਰਿੰਗ ਦਾ ਪੀਰੀਅਡ ਫਰੋਮ 2007 ਟੂ 2010, ਇਹ ਪੀਰੀਅਡ ਨੂੰ ਤੁਸੀਂ ਇੱਦਾਂ ਲਿਖ ਸਕਦੇ ਹੋ, ਫਰੋਮ ਲਿਖ ਸਕਦੇ ਹੋ, ਠੀਕ ਹੈ। ਓਵਰ ਅ ਪੀਰੀਅਡ ਆਫ ਡਿਕੇਡ ਜਾਂ ਓਵਰ ਅ ਪੀਰੀਅਡ ਆਫ 5 ਈਅਰ, ਓਵਰ ਅ ਪੀਰੀਅਡ ਆਫ 10 ਈਅਰ, ਜੋ ਵੀ ਜਿੰਨਾ ਵੀ ਤੁਹਾਡਾ ਪੀਰੀਅਡ ਆ, ਥਰੂ ਆਊਟ ਅ ਪੀਰੀਅਡ ਆਫ ਡਿਕੇਡ। ਐਂਡ ਅੱਗੇ ਤੁਸੀਂ ਲਿਖਦਿਆ ਕਰੋ ਸਟਾਰਟਿੰਗ ਫਰੋਮ 2010, ਯਾਨੀ ਕਿ ਡਿਕੇਡ ਕਿੱਥੋਂ ਸਟਾਰਟ ਹੋ ਰਹੀ ਹੈ ਉਸ ਤੋਂ ਅੱਗੇ ਮੈਂਸ਼ਨ ਕਰਦਿਆ ਕਰੋ ਨਾ। ਇਹ ਕੁਝ ਵੇਜ਼ ਹੁੰਦੇ ਆ ਕਿ ਤੁਹਾਡਾ ਜਿਹੜਾ ਕਿ ਟਾਈਮ ਸ਼ੋ ਕਰਨ ਦੇ। ਉਸ ਤੋਂ ਬਾਅਦ ਡਿਕਰੀਜ਼ ਨੂੰ ਕੀ ਕਹਿ ਸਕਦੇ ਹਾਂ, ਡਿਕਲਾਈਨ ਹੋ ਜਾਂਦਾ, ਡਰੋਪ ਹੋ ਜਾਂਦਾ, ਫਾਲ ਕਹਿ ਦਿੰਦੇ ਹਾਂ। ਇਨਕਰੀਜ਼ ਨੂੰ ਇਨਕਲਾਈਨ ਕਹਿ ਦਿੰਦੇ ਹਾਂ, ਰਾਈਜ਼ ਕਹਿ ਦਿੰਦੇ ਹਾਂ। ਸੇਮ ਨੂੰ ਕੀ ਕਹਿਣਾ ਹੁੰਦਾ, ਸਟੇਬਲ, ਆਈਡੈਂਟੀਕਲ, ਸਟੈਟਿਕ। ਓਕੇ, ਤਾਂ ਇਹ ਵੀ ਕਾਫੀ ਚੀਜ਼ਾਂ ਜ਼ਰੂਰੀ ਨੇ। ਅਤੇ ਉਸ ਤੋਂ ਬਾਅਦ ਤੁਹਾਡਾ ਟਰੈਂਡ ਆ ਜਾਂਦੇ ਨੇ, ਜਿਹੜਾ ਕਿ ਆਰਾਮ ਦੇ ਨਾਲ ਵੱਧ ਰਿਹਾ, ਉਹਨੂੰ ਸਲਾਈਟਲੀ ਜਾਂ ਫਿਰ ਗ੍ਰੈਜੂਅਲੀ ਹੋ ਗਿਆ। ਮੋਡਰੇਟਲੀ, ਜਿਹੜਾ ਕਿ ਬਹੁਤਾ ਤੇਜ਼ ਵੀ ਨਹੀਂ ਬਹੁਤਾ ਹੌਲੀ ਵੀ ਨਹੀਂ, ਉਹ ਤੁਹਾਡਾ ਮੋਡਰੇਟਲੀ ਜਿਹੜਾ ਕਿ ਆ ਜਾਊਗਾ, ਹੈ ਨਾ, ਟਰੈਂਡ। ਮੋਡਰੇਟਲੀ ਮਤਲਬ ਕਿ ਤੁਹਾਡਾ ਡਿਫਰੈਂਸ ਜਿਹਾ ਹੁੰਦਾ ਨਾ, ਵੀ ਇਹਦਾ ਸਲਾਈਡ ਡਿਫਰੈਂਸ ਆ ਤਾਂ ਬਹੁਤ ਛੋਟਾ ਆ ਗਿਆ, ਹੈ ਨਾ। ਜਿਹੜਾ ਨਗਲੈਜੀਬਲ ਆ ਉਹ ਤਾਂ 0 ਤੋਂ 2 ਵਾਲਾ ਹੁੰਦਾ, ਜਿਹੜਾ ਉਸ ਤੋਂ ਬਾਅਦ ਆ ਜਾਂਦਾ ਅਗਲਾ ਹੁੰਦਾ ਥੋੜ੍ਹਾ ਜਿਹਾ, ਉਹਨੂੰ ਸਲਾਈਡ ਕਹਿ ਦਿੰਦੇ ਆ। ਮੋਡਰੇਟਲੀ ਕਿਹੜਾ ਹੁੰਦਾ ਗਾ, ਵੀ ਜਿਹੜਾ ਕਿ ਐਵਰੇਜ ਜਿਹਾ ਹੋਵੇ, ਹੈ ਨਾ। ਅਤੇ ਡਰਾਮੈਟਿਕਲੀ ਯਾਨੀ ਕਿ ਜਿਹੜਾ ਕਿ ਬਹੁਤ ਹੀ ਫਰਕ ਹੋਵੇ। ਅਤੇ ਡਰਾਮੈਟਿਕਲੀ ਵਾਲੀ ਚੀਜ਼ ਇਹ ਲਾਈਨ ਦੇ ਵਿੱਚ ਵੀ ਯੂਜ਼ ਹੋ ਜਾਂਦੀ ਆ, ਵੀ ਜੇ ਮਤਲਬ ਕਿ ਮੰਨ ਲਓ ਵੀ ਐਂ ਤਿੱਖਾ ਹੀ ਕੰਮ ਹੋਵੇ, ਸਿੱਧਾ ਹੀ ਜ਼ਮੀਨ ਆਸਮਾਨ ਦਾ ਫਰਕ ਹੋਵੇ, ਉਹਨੂੰ ਡਰਾਮੈਟਿਕਲੀ ਇਨਕਰੀਜ਼, ਡਰਾਮੈਟਿਕਲੀ ਡਿਫਰੈਂਸ, ਡਰਾਮੈਟਿਕਲੀ ਇਨਕਲਾਈਨ, ਡਿਕਲਾਈਨ, ਇੱਦਾਂ ਤੁਸੀਂ ਯੂਜ਼ ਕਰ ਸਕਦੇ ਹੋ। ਅਪਰੋਕਸੀਮੇਟ ਕਈ ਵਾਰ ਆਪਾਂ ਨੂੰ ਡਾਟਾ ਸਹੀ ਨਹੀਂ ਪਤਾ ਲੱਗਦਾ ਹੁੰਦਾ ਵੀ ਕਿੰਨੇ ਪਰਸੈਂਟ ਆ। ਉੱਥੇ ਹਰ ਵਾਰ ਹੈ ਨਾ ਪਰਸੈਂਟੇਜ ਦੇ ਅੱਗੇ ਤੁਹਾਨੂੰ ਅਪਰੋਕਸੀਮੇਟ ਲਿਖਣਾ ਪਊਗਾ। ਅਪਰੋਕਸੀਮੇਟ ਹੁਣ ਹਰ ਵਾਰ ਲਿਖੀ ਜਾਵਾਂਗੇ ਤਾਂ ਇਹ ਬੁਰਾ ਲੱਗੂਗਾ। ਅਪਰੋਕਸ ਬਿਲਕੁਲ ਵੀ ਯੂਜ਼ ਨਾ ਕਰਿਆ ਕਰੋ, ਅਪਰੋਕਸੀਮੇਟ ਜਾਂ ਅਪਰੋਕਸੀਮੇਟਲੀ, ਠੀਕ ਹੈ। ਇਹਨੂੰ ਆਪਾਂ ਕੀ ਕਹਿ ਸਕਦੇ ਹਾਂਗੇ, ਆਲਮੋਸਟ, ਅਰਾਊਂਡ, ਅਬਾਊਟ, ਰਫਲੀ, ਠੀਕ ਹੈ। ਰਫਲੀ ਆ ਜਾਊਗਾ, ਇਹ ਤੁਹਾਡੇ ਸਿਨੋਨਿਮ ਆ ਗਏ ਅਪਰੋਕਸੀਮੇਟ ਦੇ। ਅਤੇ ਉਸ ਤੋਂ ਬਾਅਦ ਇਹ ਕੁਝ ਚੀਜ਼ਾਂ ਨੇ ਜਿਹੜੀਆਂ ਕਿ ਤੁਸੀਂ ਟਾਸਕ 1 ਨੂੰ ਲਿਖਣ ਲੱਗੇ ਆਪਣੀਆਂ ਧਿਆਨ ਦੇ ਵਿੱਚ ਰੱਖਣੀਆਂ ਨੇ। ਐਵੇਂ ਛੋਟੀਆਂ ਗੱਲਾਂ ਤੁਹਾਨੂੰ ਹੁਣ ਹਰ ਰੋਜ਼ ਆਪਾਂ ਸਿਖਾਇਆ ਕਰਾਂਗੇ ਵੀ ਤਾਂ ਕਿ ਤੁਹਾਡਾ ਜਿਹੜਾ ਬੈਂਡ ਸਕੋਰ ਆ ਰਾਈਟਿੰਗ ਦੇ ਵਿੱਚੋਂ ਬਿਲਕੁਲ ਨਾ ਘਟੇ। ਕਿਉਂਕਿ ਰਾਈਟਿੰਗ ਦੀ ਕਲਾਸ ਜੇ ਤੁਸੀਂ ਸਾਡੇ ਕੋਲੋਂ ਲਈ ਆ ਤਾਂ ਮੇਰੀ ਪੂਰੀ ਤੋਂ ਪੂਰੀ ਕੋਸ਼ਿਸ਼ ਹੋਊਗੀ ਵੀ ਤੁਹਾਡਾ ਜਿਹੜਾ ਬੈਂਡ ਸਕੋਰ ਆ ਐਟਲੀਸਟ ਰਾਈਟਿੰਗ ਦੇ ਵਿੱਚੋਂ ਬਹੁਤ ਮੈਂ ਵਧੀਆ ਲੈ ਕੇ ਆਊਂਗਾ। ਕਿਉਂਕਿ ਰਾਈਟਿੰਗ ਮੇਰਾ ਖੁਦ ਦਾ ਸਭ ਤੋਂ ਟੂ ਬੀ ਵੈਰੀ ਹੋਨੈਸਟ ਰਾਈਟਿੰਗ ਮੈਨੂੰ ਪਹਿਲੇ ਦਿਨ ਤੋਂ ਹੀ ਬਹੁਤ ਸੌਖੀ ਲੱਗਦੀ ਆ। ਰਾਈਟਿੰਗ ਕਰਾਉਣੀ ਮੈਨੂੰ ਵੀ ਬਹੁਤ ਵਧੀਆ, ਮੈਨੂੰ ਬਹੁਤ ਸਭ ਕੁਝ ਹੀ ਲੱਗਦਾ, ਮੈਨੂੰ ਪੜ੍ਹਾਉਣਾ ਹੀ ਵਧੀਆ ਲੱਗਦਾ। ਪਰ ਪ੍ਰੋਬਲਮ ਮੇਰੀ ਹੈਲਥ ਇਸ਼ੂ ਕਰਕੇ ਆ ਰਹੇ ਨੇ। ਆਈਸਾਈਟ ਦੀ ਪ੍ਰੋਬਲਮ ਮੈਨੂੰ ਇਹ ਹੋਈ ਵੀ ਉਦੋਂ ਹੀ ਜਦੋਂ ਮੈਂ ਆਇਲਸ ਕਰਨ ਲੱਗਿਆ ਸੀ। ਕਿਉਂਕਿ ਆਇਲਸ ਦੇ ਵਿੱਚ ਜਿਹੜੀ ਕਿ ਰੀਡਿੰਗ ਦੇ ਉੱਤੇ ਫੋਕਸ ਕਰਨਾ ਹੁੰਦਾ ਅਤੇ ਰੀਡਿੰਗ ਮੇਰੀ ਨਿਗਾਹ ਖਾ ਗਈ ਸੀ ਉਦੋਂ ਮੇਰੀ ਆਈਸਾਈਟ ਵੀਕ ਹੋਈ। ਅਤੇ ਉਸ ਤੋਂ ਬਾਅਦ ਹੁਣ ਥੋੜ੍ਹੀ ਜਿਹੀ ਹੁਣ ਔਨਲਾਈਨ ਕਲਾਸਿਸ ਦੇ ਕਰਕੇ
ਥੋੜ੍ਹਾ ਜਿਹਾ ਇੰਪੈਕਟ ਪੈ ਰਿਹਾ, ਪਰ ਹੁਣ ਮੈਂ ਉਹਦਾ ਸਕੈਜੂਲ ਲੋਡ ਕਰਨ ਦੀ ਕੋਸ਼ਿਸ਼ ਕਰੂੰਗਾ, ਹੈ ਨਾ। ਰਿਕਾਰਡਡ ਲੈਕਚਰ ਆਪਾਂ ਪ੍ਰੋਵਾਈਡ ਕਰਵਾਇਆ ਕਰਾਂਗੇ, ਤਾਂ 3-4 ਲੈਕਚਰ ਹੁੰਦੇ ਨੇ, ਉਹ ਮੈਂ ਟਾਈਮ ਵੰਡ ਕੇ ਤੁਹਾਨੂੰ ਪ੍ਰੋਵਾਈਡ ਕਰਵਾ ਦਿਆ ਕਰੂੰਗਾ, ਕੋਈ ਚੱਕਰ ਵਾਲੀ ਗੱਲ ਨਹੀਂ। ਪਰ ਜਿਵੇਂ ਕਿ ਤੁਹਾਨੂੰ ਅੱਜ ਪਤਾ ਲੱਗਿਆ ਹੋਣਾ, ਹੈ ਨਾ, ਵੀ ਮੈਂ ਆਪਦੀ ਪੂਰੀ ਕੋਸ਼ਿਸ਼ ਕੀਤੀ ਹੈ ਵੀ ਜਿੰਨੀ ਮੈਂ ਔਨਲਾਈਨ ਕਲਾਸਿਸ ਦੇ ਵਿੱਚ ਤੁਹਾਨੂੰ ਆਪਦਾ ਕੰਟੈਂਟ ਡਿਲੀਵਰ ਕਰਨ ਦੀ ਕੋਸ਼ਿਸ਼ ਕਰਦਾ ਹੁੰਦਾ, ਉਸ ਤੋਂ ਵੀ ਜ਼ਿਆਦਾ ਕੋਸ਼ਿਸ਼ ਅੱਜ ਮੈਂ ਕੀਤੀ ਹੈ। ਅੱਜ ਹੋਰ ਵੀ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਮੈਂ ਤੁਹਾਨੂੰ ਪੂਰੀ ਰੂਹ ਦੇ ਨਾਲ ਪੜ੍ਹਾਉਣ ਦੀ ਕੋਸ਼ਿਸ਼ ਕੀਤੀ ਆ, ਕਿਉਂਕਿ ਮੇਰੀ ਇਹ ਕੋਸ਼ਿਸ਼ ਹੁੰਦੀ ਹੈ ਵੀ ਮੈਂ ਜੋ ਕੰਮ ਕਰਾਂ ਸਿੱਦਤ ਦੇ ਨਾਲ ਕਰਾਂ, ਹੈ ਨਾ, ਵੀ ਰੂਹ ਦੇ ਨਾਲ ਕਰਾਂ, ਕਿਉਂਕਿ ਇਹ ਉਹ ਚੀਜ਼ ਆ ਜੋ ਕਰਕੇ ਮੈਨੂੰ ਖੁਦ ਨੂੰ ਇੱਕ ਸੈਟਿਸਫੈਕਸ਼ਨ ਜੀ ਮਿਲਦੀ ਹੈ, ਹੈ ਨਾ। ਕਿਉਂਕਿ ਮੈਨੂੰ ਨਹੀਂ ਪਤਾ ਇਹ ਮੇਰਾ ਸ਼ੌਂਕ ਆ ਕੀ ਆ, ਪਰ ਇਹ ਚੀਜ਼ ਮੈਨੂੰ ਵਧੀਆ ਲੱਗਦੀ ਆ। ਤਾਂ ਰੂਹ ਦੇ ਨਾਲ ਹੀ ਮਤਲਬ ਕਿ ਅੰਦਰੋਂ ਮੇਰੀ ਆਵਾਜ਼ ਆਉਂਦੀ ਹੁੰਦੀ ਆ ਪੜ੍ਹਾਉਣ ਲੱਗਿਆ, ਹੈ ਨਾ। ਇੱਕ ਮੇਰੀ ਜਿਹੜੀ ਆਵਾਜ਼ ਥੋੜ੍ਹੀ ਹੈ ਵੀ ਉੱਚੀ ਆ, ਅਤੇ ਟੀਚਰ ਦੀ ਆਵਾਜ਼ ਉੱਚੀ ਵੀ ਹੋਣੀ ਚਾਹੀਦੀ ਹੈ, ਵੀ ਕਾਫੀ ਵਾਰ ਮੈਂ ਨੋਟਿਸ ਕੀਤਾ। ਬਾਕੀ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ, ਆਪਾਂ ਕਲਾਸਿਸ ਪ੍ਰੋਵਾਈਡ ਆਪਾਂ ਤੁਹਾਨੂੰ ਇੱਦਾਂ ਹੀ ਪ੍ਰੋਵਾਈਡ ਕਰਵਾਉਂਦੇ ਰਹਾਂਗੇ। ਅਤੇ ਇਹ ਜਿਹੜੇ ਰਿਕਾਰਡਡ ਲੈਕਚਰ ਹੋਣਗੇ, ਮੈਨੂੰ ਲੱਗਦਾ ਵੀ ਇਹ ਤੁਹਾਡੀ ਜਿਹੜੀ ਹੈਲਪ ਆ ਉਹ ਹੋਰ ਵੀ ਜ਼ਿਆਦਾ ਕਰਨਗੇ। ਥੈਂਕ ਯੂ ਸੋ ਮੱਚ ਇਸ ਕਲਾਸ ਨੂੰ ਅਟੈਂਡ ਕਰਨ ਦੇ ਲਈ, ਅਤੇ ਅੱਗੇ ਜਾ ਕੇ ਵੀ ਆਪਾਂ ਤੁਹਾਡੇ ਲਈ ਵਧੀਆ ਤੋਂ ਵਧੀਆ ਕੰਟੈਂਟ ਤੁਹਾਡੇ ਤੱਕ ਡਿਲੀਵਰ ਕਰਦੇ ਰਹਾਂਗੇ। ਥੈਂਕ ਯੂ ਸੋ ਮੱਚ ਅਗੇਨ।